ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ BC ਦੇ ਵਿੱਚ ICBC ਨੇ ਜਿਹੜੀਆਂ ਲਾਇਸੈਂਸ ਪਲੇਟਾਂ ਨੇ ਉਹ ਰਿਜੈਕਟ ਕੀਤੀਆਂ, ਕੀ ਮਾਮਲਾ ਆ। ਦੂਜੀ ਗੱਲਬਾਤ ਆਪਾਂ ਨਵੀਆਂ ਹਦਾਇਤਾਂ ਕੋਵਿਡ ਸੰਬੰਧੀ ਕੈਨੇਡਾ ਦੇ ਵਿੱਚ ਲਾਗੂ ਹੋਈਆਂ। ਤੀਜੀ ਗੱਲਬਾਤ ਇੱਕ ਕਨਕਸ਼ਨ ਬਿਮਾਰੀ ਦੇ ਨਾਲ ਸੰਬੰਧਿਤ ਗੱਲਬਾਤ ਸਾਹਮਣੇ ਆਈ ਆ। ਚੌਥੀ ਗੱਲਬਾਤ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਧਾਉਣੇ ਆ ਕਿ ਨਹੀਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਪੰਜਵੀਂ ਗੱਲਬਾਤ ਫੈਡਰਲ ਲੈਵਲ ਦੇ ਉੱਤੇ NDP ਤੇ ਲਿਬਰਲ ਪਾਰਟੀ ਦੇ ਆਪਸੀ ਸੰਬੰਧ ਕੀ ਨੇ। ਤੇ ਛੇਵੀਂ ਗੱਲਬਾਤ ਆਪਾਂ ਜਿਹੜਾ 4 ਡੇ ਵੀਕ ਆ ਉਹਦੀ ਚਰਚਾ ਕਰਨੀ ਆ। ਸੱਤਵੀਂ ਗੱਲਬਾਤ ਕਰਨੀ ਆ ਕਿ ਇਸ ਸਾਲ ਕੈਨੇਡਾ ਦੇ ਵਿੱਚ ਕਿਹੜੀਆਂ ਨੌਕਰੀਆਂ ਦੇ ਵਿੱਚ ਮੰਗ ਵਧੇਰੇ ਆ। ਅੱਠਵੀਂ ਗੱਲਬਾਤ ਆਪਾਂ ਕੋਵਿਡ ਦੀ ਦੱਸਿਆ ਜਾ ਰਿਹਾ ਕਿ ਹਾਈਬ੍ਰਿਡ ਮਾਡਲ ਦੇ ਨਾਲ ਇਮਿਊਨਿਟੀ ਵੱਧਦੀ ਆ। ਅਤੇ ਆਖਰੀ ਗੱਲਬਾਤ ਰੈਸਟੋਰੈਂਟ ਦੇ ਵਿੱਚ ਰੋਬੋਟਾਂ ਦੀ ਟਿਪ ਦਾ ਕੀ ਮਾਮਲਾ ਆ। ਸਭ ਤੋਂ ਪਹਿਲੀ ਗੱਲ ICBC ਨੇ ਜਿਹੜੀਆਂ ਲਾਇਸੈਂਸ ਪਲੇਟਸ ਆ ਉਹਦੇ ਬਾਰੇ। ਤੁਸੀਂ ਆਪਣੇ ਵਹੀਕਲ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਾਇਸੈਂਸ ਪਲੇਟ ਆਪਣੇ ਮਰਜ਼ੀ ਦੀ ਲੈ ਸਕਦੇ ਆ। $100 ਜਾਂ ਕੁਛ ਪੈਸੇ ਉਹਦੇ ਉੱਤੇ ਲੱਗਦੇ ਆ ਅਤੇ ਉਹਦੇ ਨਾਲ ਜੇ ਉਹ ਪਲੇਟ ਅਵੇਲੇਬਲ ਆ ਤੁਹਾਨੂੰ ਦੇ ਦਿੱਤੀ ਜਾਂਦੀ ਆ। ਪਿਛਲੇ ਸਮੇਂ ਦੇ ਵਿੱਚ ਲੋਕਾਂ ਨੇ ਬਹੁਤ ਸਾਰੀਆਂ ਉਹ ਜਿਹੜੀਆਂ ਲਾਇਸੈਂਸ ਪਲੇਟਾਂ ਸੀ ਉਹ ਆਪਣੇ ਨਾਂ ਦੇ ਉੱਤੇ ਲੈ ਲਈਆਂ, ਜਿਹੜੀਆਂ ਬੜੀਆਂ ਅਜੀਬ ਸੀ ਜਾਂ ਜਿਹੜੀਆਂ ਲੋਕਾਂ ਨੂੰ ਲੱਗਦਾ ਸੀ ਵੀ ਇਹ ਠੀਕ ਨਹੀਂ ਆ। ਹੁਣ ਜਿਹੜੀਆਂ ਇਹ ਰਿਕੁਐਸਟ ICBC ਦੇ ਕੋਲ ਆਉਂਦੀਆਂ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਨੇ ਇਹਨਾਂ ਪਲੇਟਾਂ ਦੀਆਂ ਰਿਕੁਐਸਟ ਨੂੰ ਰਿਜੈਕਟ ਕਰ ਦਿੱਤਾ ਕਿਉਂਕਿ ਉਹਦੇ ਵਿੱਚ ਜਿਹੜਾ ਉਹ ਅਪਰੋਪਰੀਏਟ ਨਹੀਂ ਸੀ, ਉਹ ਠੀਕ ਨਹੀਂ ਸੀ। 67% ਰਿਜੈਕਸ਼ਨ ਇਸ ਵਾਰੀ ਕੀਤੀ ਗਈ ਆ। ਅਤੇ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਇਹ ਗਾਈਡਲਾਈਨਸ ਆ ਉਹਦੇ ਅਨੁਸਾਰ ਇਹ ਲਾਇਸੈਂਸ ਪਲੇਟਾਂ ਨਹੀਂ ਆ। ਇਹਨਾਂ ਦੇ ਵਿੱਚੋਂ 9467 ਰਿਕੁਐਸਟ ਜਿਹੜੀਆਂ ਆਈਆਂ ਸੀ ਸਲੋਗਨ ਲਾਇਸੈਂਸ ਪਲੇਟ ਦੇ ਉੱਤੇ ਲਿਖਣ ਦੇ ਲਈ 2022 ਦੇ ਵਿੱਚ, ਅਤੇ ICBC ਦੀ ਟੀਮ ਨੇ ਇਹਦਾ ਰਿਵਿਊ ਕੀਤਾ, ਸਬਮਿਸ਼ਨ ਕੀਤੀ ਅਤੇ 3135 ਰਿਜੈਕਟ ਕਰ ਦਿੱਤੀਆਂ। ICBC ਦੇ ਮੀਡੀਆ ਰਿਲੀਜ਼ ਜਿਹੜਾ ਕੱਲ੍ਹ ਜਾਰੀ ਕੀਤਾ ਉਹਦੇ ਅਨੁਸਾਰ ਜਿਹੜੇ ਉੱਤੇ ਸਲੋਗਨਸ ਨਾ ਜਾਂ ਜਿਹੜੇ ਵਰਡ ਨੇ ਜਾਂ ਜੋ ਕੁਛ ਵੀ ਉਹਦੇ 'ਤੇ ਲਿਖਿਆ ਜਾ ਰਿਹਾ, ਜੇ ਉਹ ਕਹਿੰਦੇ ਸਾਡੀਆਂ ਗਾਈਡਲਾਈਨ ਦੇ ਅਨੁਸਾਰ ਨਹੀਂ ਆ, ਅਸੀਂ ਉਹਨੂੰ ਨਹੀਂ ਦਿੰਦੇ ਅਤੇ ਉਹਨੂੰ ਅਸੀਂ ਰਿਜੈਕਟ ਕਰ ਦਿੰਦੇ ਹਾਂ। ਅਤੇ ਮਤਲਬ ਕੋਈ ਜਿਹੜੀ ਅਬਿਊਸਿਵ ਲੈਂਗੁਏਜ ਹੋ ਸਕਦੀ ਆ, ਕੋਈ ਗਲਤ ਭਾਸ਼ਾ ਹੋ ਸਕਦੀ ਆ, ਕੋਈ ਟ੍ਰਿਕ ਕਰਕੇ ਵਰਡਸ ਲਿਖੇ ਹੋ ਸਕਦੇ ਆ, ਇਸ ਕਰਕੇ ਉਹਨਾਂ ਨੂੰ ਰਿਫਿਊਜ਼ ਕਰ ਦਿੱਤਾ ਜਾਂਦਾ ਆ। ਸੋ ਕ੍ਰਾਈਮ ਕਾਰਪੋਰੇਸ਼ਨ ਨੇ ਇਹ ਵੀ ਵਾਇਲੈਂਟ ਨੇ ਜਾਂ ਇਹ ਠੀਕ ਨਹੀਂ ਹੈ, ਇਸ ਕਰਕੇ ਇਹਨਾਂ ਨੂੰ ਰਿਫਿਊਜ਼ ਕਰ ਦਿੱਤਾ। ਜਿਸ ਤਰੀਕੇ ਦੇ ਨਾਲ ਇਹਦੇ ਵਿੱਚ ਚੈਪੋ CHAPO ਇਹਨੂੰ ਰਿਫਿਊਜ਼ ਕੀਤਾ ਗਿਆ, SOHIGH SOHIGH ਅਤੇ OG ਲਾਈਫ ਇਹਨਾਂ ਨੂੰ ਇਸ ਕਰਕੇ ਰਿਜੈਕਟ ਕਰ ਦਿੱਤਾ ਕਿਉਂਕਿ ਇਹਨਾਂ ਦਾ ਸੰਬੰਧ ਕਿਤੇ ਨਾ ਕਿਤੇ ਡਰੱਗਸ ਦੇ ਨਾਲ ਜਾ ਕੇ ਜਿਹੜਾ ਜੁੜਦਾ ਆ। ਇੱਕ ਕਿਸੇ ਨੇ ਵਾਇਰਸ ਨਾਂ ਦੀ ਲਾਇਸੈਂਸ ਪਲੇਟ ਦੇ ਲਈ ਵੀ ਅਪਲਾਈ ਕੀਤਾ ਕਿ ਮੈਨੂੰ ਵਾਇਰਸ ਨਾਂ ਦਿੱਤਾ ਜਾਵੇ, ਇਹਨੂੰ ਵੀ ਬੈਨ ਕਰ ਦਿੱਤਾ ਗਿਆ ਕਿ ਰਿਲੀਜਨ ਪੋਲੀਟਿਕਸ ਜਾਂ ਜਿਹੜੀ ਇਸ ਤਰ੍ਹਾਂ ਦੀਆਂ ਸੀਗੀਆਂ ਡਿਗਨਟਰੀ ਸੀ ਉਹਦੇ ਆਧਾਰ ਦੇ ਉੱਤੇ ਇਹਨੂੰ ਵੀ ਰਿਫਿਊਜ਼ ਕਰ ਦਿੱਤਾ ਗਿਆ। ਕਈ ਲੋਕਾਂ ਨੇ ਜਿਹੜੀ ਇੰਟਲੈਕਚੁਅਲ ਪ੍ਰੋਪਰਟੀ ਆ ਉਹਦੇ ਨਾਂ ਦੇ ਉੱਤੇ ਵੀ ਲੈਣ ਦੀ ਸ਼ੁਰੂ ਕੀਤੀ, ਜਿਸ ਤਰੀਕੇ ਦੇ ਨਾਲ ਹੋਂਡਾ ਦੇ ਨੰਬਰ ਜਿਹੜੀ ਲਾਇਸੈਂਸ ਪਲੇਟ ਆ ਉਹ ਨਹੀਂ ਮਿਲ ਸਕਦੀ। ਸਪਰਾਈਟ SPRITE ਇਹਨੂੰ ਵੀ ਡਿਸਅਲਾਓ ਕੀਤਾ ਗਿਆ ਵੀ ਇਹ ਵੀ ਤੁਸੀਂ ਨਹੀਂ ਵਰਤ ਸਕਦੇ। ਫਿਰ ਜਿਹੜੀ ICBC ਆ ਉਹਨੇ ਜਿਹੜੀਆਂ ਰਿਜੈਕਟ ਕੀਤੀਆਂ ਇਹ ਪਲੇਟਸ, ਇਹਨਾਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਉਹ ਕਹਿੰਦੇ ਜ਼ੂਮ Z ਅਤੇ ਫਿਰ 4 ਵਾਰੀ O ਅਤੇ M, ਫਿਰ U2 SLO U2 SLOW U2 SLO ਵੀ ਨਹੀਂ ਉਹਨਾਂ ਨੇ ਦਿੱਤੀ। ਇੱਕ ਕਿਸੇ ਨੇ ਬਲੂ ਬਾਏ ਮੰਗਿਆ ਸੀ BLUBYU, ਉਹ ਵੀ ਰਿਜੈਕਟ ਕਰ ਦਿੱਤੀ। ਸ਼ਿਰਾਜ਼ SHIRAZ ਇਹ ਰਿਜੈਕਟ ਕੀਤੀ ਗਈ ਹੈ। ਰੌਕਟ ROCKET, ਇਸੇ ਤਰ੍ਹਾਂ ਲਾਂਚ ਜਿਹੜੀ ਆ ਇਸੇ ਤਰ੍ਹਾਂ ਹੀ LYTMUP, ਫਿਰ M ਪਿਗੀ, ਗੈਸ ਪਿਗ, ਇਹ ਜਿਹੜੀਆਂ ਡੈਮਨ ਪਿਰੈਸੀ, ਇਹ ਸਾਰੀਆਂ ਨੂੰ ਪਾਇਰੇਸੀ, ਇਹਨਾਂ ਸਾਰੀਆਂ ਨੂੰ ਰਿਜੈਕਟ ਕਰ ਦਿੱਤਾ ਗਿਆ ਜਿਹੜੀ ਕਿ ਉਹਨਾਂ ਦੇ ਅਨੁਸਾਰ ਇਹ ਠੀਕ ਨਹੀਂ ਲੱਗਦੀ ਸੀ। ਜਿਹੜੀ ਲਿਸਟ ਆ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਅਬਿਊਸਿਵ ਲੈਂਗੁਏਜ ਜਿਹੜੀ ਵਰਤੀ ਗਈ ਆ, ਵੀ ਜਿਹੜੀ ਭਾਸ਼ਾ ਉਹਨਾਂ ਨੇ ਦੱਸਿਆ ਕਿ ਇਹ ਠੀਕ ਨਹੀਂ ਆ। ਜਿਵੇਂ ਇੱਕ ਨੇ ਅਸਾਲਟ ਮੰਗਿਆ ਸੀ ASSALT, ਉਹਨੂੰ ਵੀ ਰਿਜੈਕਟ ਕੀਤਾ ਗਿਆ। ਬੈਡਮੈਨ, ਇਸੇ ਤਰ੍ਹਾਂ ਜਿਹੜੀ ਆ
ਜਿਹੜੀ ਫੈਟ SS ਇਹਨੂੰ ਵੀ ਰਿਜੈਕਟ ਕਰ ਦਿੱਤਾ ਗਿਆ। ਜਿਹੜੀ ਆ ਇਹ ਇਸੇ ਤਰ੍ਹਾਂ ਜਿਹੜੀਆਂ ਕੁਛ ਸੀਗੀਆਂ ਉਹ ਸੈਕਸ਼ੂਅਲੀ ਸੁਜੈਸਟਿਵ ਕਹਿ ਲਓ ਜਾਂ ਇਨਅਪਰੋਪਰੀਏਟ ਸੀਗੀਆਂ। ਕਿਸੇ ਨੇ ਜਿਹੜਾ ਇੱਕ ਮੰਗਿਆ ਸੀ 13 ਜੀਜਾ 13JIJA 13 ਜੀਜਾ ਪੰਜਾਬੀ 'ਚ ਇਹੀ ਬਣਦਾ ਆ, 13 ਜੀਜਾ ਅੰਗਰੇਜ਼ੀ 'ਚ ਬਣਦਾ ਆ। ਫਿਰ ਕਿਸੇ ਨੇ ਜਿਹੜਾ ਇਹਦੇ ਵਿੱਚ ਮੰਗਿਆ ਸੀ ਇੱਕ ਜਿਹੜਾ BJ ਕੂਟ R। ਫਿਰ ਇਹਦੇ ਵਿੱਚੋਂ ਕੁਛ ਗਲਤ ਸ਼ਬਦ ਜਿਹੜੇ FCK CHD ਇਹ ਵੀ ਕਿਸੇ ਨੇ ਆਪਣੀ ਲਾਇਸੈਂਸ ਪਲੇਟ ਮੰਗੀ ਸੀਗੀ। ਇਸੇ ਤਰ੍ਹਾਂ ਪਿੱਗੀ ਤੇ ਹੋਰ ਕਈ ਕਿਸਮ ਦੀਆਂ ਜਿਹੜੀਆਂ ਮਤਲਬ ਸੈਕਸ਼ੂਅਲੀ ਲੱਗਦੀਆਂ ਸੀ ਕਿ ਇਹ ਭਾਸ਼ਾ ਠੀਕ ਨਹੀਂ ਆ। ਬਹੁਤ ਸਾਰੀਆਂ ਇਸ ਗੱਲ ਕਰਕੇ ਰਿਜੈਕਟ ਕੀਤੀਆਂ ਗਈਆਂ ਕਿ ਇਹਨਾਂ ਦਾ ਸੰਬੰਧ ਰਿਲੀਜਨ ਦੇ ਨਾਲ, ਪੋਲੀਟਿਕਸ ਦੇ ਨਾਲ, ਜਾਂ ਪਬਲਿਕ ਫਿਗਰਸ ਜਾਂ ਡਿਗਨਿਟਰੀਜ਼ ਜਾਂ ਜਿਹੜੀਆਂ ਲਾਅ ਇਨਫੋਰਸਮੈਂਟ ਅਫੀਸ਼ੀਅਲਸ ਨੇ ਕਿਤੇ ਨਾ ਕਿਤੇ ਉਹਦੇ ਨਾਲ ਜਾ ਕੇ ਜਿਹੜਾ ਰੁਲਦਾ। ਆਰੀਅਨ ਨੰਬਰ ਪਲੇਟ ਵੀ ਨਹੀਂ ਦਿੱਤੀ ਗਈ, ARYAN। ਇਸੇ ਤਰ੍ਹਾਂ ਡੈਮਨ ਨੂੰ ਕਿੰਨੇ ਤਰੀਕੇ ਦੇ ਨਾਲ ਲੋਕਾਂ ਨੇ ਮੰਗਿਆ। ਡੈਵਲ ਵੀ ਮੰਗਿਆ ਕਿਸੇ ਨੇ, ਡਾਇਬਲ ਵੀ ਮੰਗਿਆ, ਈਕॉम ਵੀ ਮੰਗਿਆ ਕਿਸੇ ਨੇ, G5IDHU ਸਿੱਧੂ ਇਹ ਵੀ ਮੰਗਿਆ ਕਿਸੇ ਨੇ। ਜਿਹੜਾ ਆ ਇਹਦੇ ਵਿੱਚ ਮਹਾਦੇਵ ਵੀ ਮੰਗਿਆ ਲਾਇਸੈਂਸ ਪਲੇਟ ਦੇ ਉੱਤੇ, ਜਿਹੜਾ ਰਿਜੈਕਟ ਕਰ ਦਿੱਤਾ ਗਿਆ। SS ਮਾਨ ਕਿਸੇ ਨੇ ਮੰਗਿਆ, ਉਹ ਵੀ ਰਿਜੈਕਟ ਕਰ ਦਿੱਤਾ ਗਿਆ। ਉਦਾਸੀ UDASI ਉਹ ਵੀ ਰਿਜੈਕਟ ਕਰ ਦਿੱਤਾ ਗਿਆ। ਸਾਈ ਰਾਮ ਵੀ ਰਿਜੈਕਟ ਕਰ ਦਿੱਤਾ ਗਿਆ। ਸ਼ਿਵਾ ਵੀ ਰਿਜੈਕਟ ਕਰ ਦਿੱਤਾ ਗਿਆ। ਯਮਦੂਤ ਵੀ ਰਿਜੈਕਟ ਕਰ ਦਿੱਤਾ ਗਿਆ। MLA ਸਾਹਿਬ ਇੱਕ ਨੇ ਮੰਗਿਆ ਸੀ MLA ਤੇ SAB ਇਹ ਲਾਇਸੈਂਸ ਪਲੇਟ ਵੀ ਰਿਜੈਕਟ ਕਰ ਦਿੱਤੀ ਗਈ ਆ। ਤੇ ਬਹੁਤ ਸਾਰੀਆਂ ਹੋਰ ਜਿਹੜੀਆਂ ਇਸੇ ਤਰ੍ਹਾਂ ਸੀਗੀਆਂ ਜਿਹੜੀਆਂ ਡਰਾਈਵਿੰਗ ਰਿਸਕ ਸੀਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਵੀ ਜਿਹੜੀਆਂ ਪਲੇਟ ਸੀਗੀਆਂ ਲਾਇਸੈਂਸ ਪਲੇਟਸ ਰਿਜੈਕਟ ਕੀਤਾ ਗਿਆ। ਤੇ ਬਹੁਤ ਸਾਰੀਆਂ ਜਿਹੜੀਆਂ ਸੀਗੀਆਂ ਕਿ ਡਰੱਗਸ ਦੇ ਨਾਂ ਦੇ ਉੱਤੇ ਕਈਆਂ ਨੇ ਜਿਹੜੀਆਂ ਲਾਇਸੈਂਸ ਪਲੇਟਸ ਮੰਗੀਆਂ। ਇੱਕ ਨੇ ਮੰਗਿਆ 4 ਨਾਗਣੀ 4NAGNI, ICPC ਨੇ ਉਹ ਵੀ ਪਲੇਟ ਨਹੀਂ ਦਿੱਤੀ। 9 ਨਾਗਣੀ ਕਿਸੇ ਨੇ ਮੰਗਿਆ। ਇਸੇ ਤਰ੍ਹਾਂ ਹੀ ਇੱਕ ਵਿਅਕਤੀ ਨੇ ਕਾਰਟਲ ਦੀ ਲਾਇਸੈਂਸ ਪਲੇਟ ਮੰਗੀ, CARTEL। ਚੈਪੋ ਦੀ ਲਾਇਸੈਂਸ ਪਲੇਟ ਮੰਗੀ। ਫਿਰ ਇਸੇ ਤਰ੍ਹਾਂ ਹੀ ਕਿਸੇ ਨੇ ਜਿਹੜਾ ਆ ਉਹ ਨਾਗਣੀ ਨੂੰ ਕਈ ਤਰੀਕੇ ਨਾਲ ਮੰਗਿਆ ਗਿਆ, N44GN1 ਇਸ ਨਾਂ ਦੇ ਤਹਿਤ ਜਿਹੜਾ ਕਿਹਾ ਗਿਆ। ਨਗੀਨੇ ਕਿਸੇ ਨੇ ਮੰਗਿਆ, ਉਹ ਵੀ ਨਹੀਂ ਦਿੱਤੀ ਗਈ। ਨਾਰਕੋਸ, ਪੈਬਲੋ, ਜ਼ਹਿਰ ਇਹ ਲਾਇਸੈਂਸ ਪਲੇਟਾਂ ਰਿਜੈਕਟ ਕੀਤੀਆਂ ਗਈਆਂ। ਕੁਛ ਜਿਹੜੀਆਂ ਲਾਇਸੈਂਸ ਪਲੇਟਾਂ ਸੀ ਉਹ ਇੱਦਾਂ ਲੱਗਦਾ ਸੀ ਵੀ ਇਹ ਵਾਇਲੈਂਸ ਨੂੰ ਉਤਸ਼ਾਹਿਤ ਕਰਦੀਆਂ ਜਾਂ ਇਹਦਾ ਸੰਬੰਧ ਉਹਦੇ ਨਾਲ ਆ। ਅਸਲਾ ASLA ਅਸਲਾ ਵੀ ਰਿਜੈਕਟ ਕੀਤੀ ਗਈ। AK-92 AK-47 ਡਾਕੂ DAAKU ਇਹਨੂੰ ਵੀ ਰਿਜੈਕਟ ਕੀਤਾ ਗਿਆ। ਗੈਂਗ GANG ਗੈਂਗ। ਬੰਦੂਕ BANDOOK ਇਹਨੂੰ ਵੀ ਰਿਜੈਕਟ ਕੀਤਾ ਗਿਆ। ਇਨਕਲਾਬ ਦੇ ਨਾਂ ਦੀ ਕਿਸੇ ਨੇ ਲਾਇਸੈਂਸ ਪਲੇਟ ਮੰਗੀ, INQLAB ਇਹਨੂੰ ਵੀ ਰਿਜੈਕਟ ਕਰ ਦਿੱਤਾ ਗਿਆ। ਇਸੇ ਤਰ੍ਹਾਂ M3P, ਇਸੇ ਤਰ੍ਹਾਂ SS ਬੌਸ, ਸਾਕਾ SAKA84 ਇਹ ਕਿਸੇ ਨੇ ਲਾਇਸੈਂਸ ਪਲੇਟ ਮੰਗੀ, ਇਹ ਵੀ ਰਿਜੈਕਟ ਕਰ ਦਿੱਤੀ ਗਈ। PNJB 84 ਇਹ ਵੀ ਕਿਸੇ ਨੇ ਲਾਇਸੈਂਸ ਪਲੇਟ ਮੰਗੀ, ਰਿਜੈਕਟ ਕਰ ਦਿੱਤੀ ਗਈ। OG ਜੱਟ OGJATT ਇਹ ਲਾਇਸੈਂਸ ਪਲੇਟ ਵੀ ICBC ਨੇ ਰਿਜੈਕਟ ਕਰ ਦਿੱਤੀ ਆ। ਇਸੇ ਤਰ੍ਹਾਂ ਹੀ ਜਿਹੜੀਆਂ ਜੰਗ 84 JANG 84 ਇਹ ਲਾਇਸੈਂਸ ਪਲੇਟ ਵੀ ਰਿਜੈਕਟ ਕੀਤੀ ਗਈ ਆ। ਡਾਕੂ ਕਈ ਨਾਵਾਂ ਦੇ ਨਾਲ ਮੰਗੀ ਗਈ ਆ, ਇਹਨੂੰ ਵੀ ਇਹਨਾਂ ਨੇ ਰਿਜੈਕਟ ਕਰ ਦਿੱਤਾ। ਗਨ ਕਿਸੇ ਨੇ ਮੰਗੀ ਆ, GUNN ਇਹਨੂੰ ਵੀ ਰਿਜੈਕਟ ਕਰ ਦਿੱਤਾ ਗਿਆ। ਸੋ ਇੱਕ ਬੜੀ ਲੰਬੀ ਚੌੜੀ ਲਿਸਟ ਜਿਹਦੇ ਵਿੱਚ ਬੜੀਆਂ ਦਿਲਚਸਪ ਵੀ ਨੇ, ਇੰਟਰਸਟਿੰਗ ਵੀ ਨੇ। ਤੇ ICBC ਇਹ ਕਹਿ ਰਹੀ ਆ ਕਿ ਇਹ ਅਪਰੋਪਰੀਏਟ ਨਹੀਂ ਹੈ, ਇਸ ਕਰਕੇ ਇਹਨਾਂ ਨੂੰ ਅਸੀਂ ਰਿਜੈਕਟ ਕਰ ਦਿੱਤਾ। ਲਗਭਗ ਕੈਨੇਡਾ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸਹੂਲਤ ਹੁੰਦੀ ਹੈ ਕਿ ਤੁਸੀਂ ਥੋੜ੍ਹੇ ਜਿਹੇ ਡਾਲਰ ਦੇ ਕੇ ਆਪਣੀ ਮਰਜ਼ੀ ਦੀ ਲਾਇਸੈਂਸ ਪਲੇਟ ਲੈ ਸਕਦੇ ਹੋ। ਉਹਦੇ ਫਿਰ ਕੁਛ ਕੁ ਡਾਲਰ ਲੱਗਦੇ, 30-40 ਡਾਲਰ ਸਾਲ ਬਾਅਦ ਤੁਹਾਨੂੰ ਦੇਣੇ ਪੈਂਦੇ ਆ, ਅਤੇ ਉਹ ਲਾਇਸੈਂਸ ਪਲੇਟ ਤੁਹਾਡੇ ਨਾਂ 'ਤੇ ਉਸੇ ਤਰ੍ਹਾਂ ਜਿਹੜੀ ਪਰਸਨਲਾਈਜ਼ ਰਹਿੰਦੀ ਆ। ਕਈ ਤਾਂ ਬੜੀਆਂ ਕ੍ਰੀਏਟਿਵ ਹੁੰਦੀਆਂ, ਕਈ ਚੀਜ਼ਾਂ ਲੱਗਦੀਆਂ ਕਿ ਜਿਹੜੀਆਂ ਸਹੀ ਨਹੀਂ ਆ। ਪਿਛਲੇ ਸਮੇਂ ਦੇ ਵਿੱਚ ਕਈ ਇੱਦਾਂ ਦੀਆਂ ਨੰਬਰ ਪਲੇਟਸ ਜਾਂ ਜਿਹਨਾਂ ਨੂੰ ਲਾਇਸੈਂਸ ਪਲੇਟਸ ਆ ਉਹ ਸਾਹਮਣੇ ਆਈਆਂ ਸੀ
ਜਿਨ੍ਹਾਂ ਦੇ ਉੱਤੇ ਲੋਕ ਇਤਰਾਜ਼ ਕਰ ਰਹੇ ਸੀ ਤੇ ਹੁਣ ICBC ਨੇ ਉਹਨਾਂ ਦੇ ਉੱਤੇ ਉਸ ਤਰੀਕੇ ਦੇ ਨਾਲ ਜਿਹੜਾ ਕੰਮ ਕਰਕੇ ਤੇ ਇਹਨੂੰ ਜਾਰੀ ਨਹੀਂ ਕੀਤਾ। ਅਗਲੀ ਗੱਲਬਾਤ ਕੋਵਿਡ ਦੇ ਸਬੰਧ ਦੇ ਵਿੱਚ ਆ। ਪਬਲਿਕ ਹੈਲਥ ਅਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਆ ਕੋਵਿਡ-19 ਦੀ ਇਨਫੈਕਸ਼ਨ ਦੇ ਸੰਬੰਧੀ। ਉਹ ਕਹਿੰਦੇ ਕਿ ਕੋਵਿਡ-19 ਦੀ ਇਨਫੈਕਸ਼ਨ ਦੀ ਸਵੀਅਰਟੀ ਵੱਧ ਸਕਦੀ ਆ ਕਿਉਂਕਿ ਇਹਦਾ ਸਬ ਵੇਰੀਐਂਟ XBB.1.5 ਜਾਂ ਕ੍ਰਾਕਨ ਜਿਹੜਾ ਉਹਨੂੰ ਕਿਹਾ ਜਾ ਰਿਹਾ KRAKEN, ਇਹ ਕੈਨੇਡਾ ਦੇ ਵਿੱਚ ਫੈਲ ਸਕਦਾ, ਇਹਦਾ ਕੈਨੇਡਾ ਦੇ ਵਿੱਚ ਖਤਰਾ ਹੋ ਸਕਦਾ। ਇੱਕ ਨਿਊਜ਼ ਫਰੈਂਸ ਆਟਵਾ ਦੇ ਵਿੱਚ ਅੱਜ ਸਵੇਰੇ ਹੈਲਥ ਮਿਨਿਸਟਰ ਜਿਹੜੇ ਸਾਡੇ ਯੇਵਿਲ ਡਕਲਸ ਨੇ ਉਹਨਾਂ ਨੇ ਕੀਤੀ ਆ ਤੇ ਉਹ ਕਹਿੰਦੇ ਸਾਡੇ ਹੈਲਥ ਕੇਅਰ ਸੈਕਟਰ ਹਜੇ ਵੀ ਰਿਕਵਰ ਕਰ ਰਿਹਾ, ਸਾਰਾ ਕੁਝ ਠੀਕ ਠਾਕ ਨਹੀਂ ਹੋਇਆ। ਜਿਹੜਾ ਇਨਫਲੂਐਂਜ਼ਾ ਦਾ, RSV ਦਾ ਤੇ ਕੋਵਿਡ ਦਾ ਲੈਵਲ ਕਾਫੀ ਜ਼ਿਆਦਾ ਉੱਤੇ ਆ। ਕੋਵਿਡ-19 ਦੇ ਕੇਸਿਸ ਫਲਕਚੁਏਟ ਕਰ ਰਹੇ ਆ ਪੂਰੇ ਕੈਨੇਡਾ ਦੇ ਵਿੱਚ, ਭਾਵ ਕਈ ਥਾਵਾਂ ਦੇ ਉੱਤੇ ਕੇਸ ਵੱਧ ਰਹੇ ਆ, ਕਈ ਥਾਵਾਂ ਦੇ ਉੱਤੇ ਇਹ ਕੇਸ ਘਟ ਰਹੇ ਆ। ਜਿੱਦਾਂ ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਤੇ ਇਹ ਵੀ ਉਹਨਾਂ ਨੇ ਡਿਸਕਸ ਕੀਤਾ ਕਿ ਜਿਹੜੀ ਵੇਸਟ ਵਾਟਰ ਟੈਸਟਿੰਗ ਆ ਕੈਨੇਡਾ ਦੇ ਮੇਜਰ ਏਅਰਪੋਰਟਸ ਦੇ ਉੱਤੇ ਉਹ ਹੋ ਰਹੀ ਆ ਤੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਨੇ ਵੀ ਅੱਜ ਇਹ ਰਿਲੀਜ਼ ਕੀਤਾ ਔਰ ਇਹ ਅਰਜ਼ ਕੀਤਾ ਲੋਕਾਂ ਨੂੰ, ਬੇਨਤੀ ਕੀਤੀ ਆ ਕਿ ਜਿਹੜੀ ਬੂਸਟਰ ਡੋਜ਼ ਆ ਵੈਕਸੀਨ ਦੀ ਉਹ ਜਾਰੀ ਰਹਿਣੀ ਚਾਹੀਦੀ ਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਰੀ ਰੱਖਣਾ ਚਾਹੀਦਾ ਤੇ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਆ ਉਹ ਵੈਕਸੀਨ ਲਵਾ ਲੈਣ। ਜਿਹੜੀਆਂ ਲੇਟੈਸਟ ਗਾਈਡੈਂਸ ਹੈਗੀ ਆ ਨਾਸੀ ਵੱਲੋਂ, ਉਹ ਇਹ ਕਹਿੰਦੀ ਆ ਕਿ ਬੂਸਟਰ ਜਿਹੜੀ ਇੱਕ ਮਤਲਬ ਇੱਕ ਜਿੰਨੇ ਡਿਫੈਂਸ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਚੰਗਾ ਡਿਫੈਂਸ ਇਸ ਵੇਲੇ ਇਹ ਆ। ਵੈਕਸੀਨ 100% ਇਫੈਕਟਿਵ ਨਹੀਂ ਹੈ ਫੈਡਰਲ ਗਾਈਡਲਾਈਨ ਦੇ ਅਨੁਸਾਰ, ਪਰ ਇਹ ਜਿਹੜੀ ਬਿਮਾਰੀ ਦੀ ਗੰਭੀਰਤਾ ਆ ਉਹਦੇ ਉੱਤੇ ਅਸਰ ਪਾ ਸਕਦੀ ਹੈ। ਮਤਲਬ ਤੁਹਾਨੂੰ ਹਸਪਤਾਲ ਦੇ ਵਿੱਚ ਜਾਣਾ ਪਊਗਾ ਜਾਂ ਨਹੀਂ, ਇਸ ਗੱਲ ਤੋਂ ਇਹ ਬਚਾ ਕਰ ਸਕਦੀ ਆ। ਹਰ ਇੱਕ ਕੋਈ ਐਕਸਪੀਰੀਅੰਸ ਇਹਨਾਂ ਸਿੰਪਟਮਸ ਨੂੰ ਨਹੀਂ ਕਰਦਾ। ਜਿਨ੍ਹਾਂ ਦੇ ਵਿੱਚ ਸਾਹ ਲੈਣ ਦੇ ਵਿੱਚ ਕਿਸੇ ਨੂੰ ਦਿੱਕਤ ਹੋ ਸਕਦੀ ਆ, ਪੇਨ ਹੋ ਸਕਦੀ ਆ, ਛਾਤੀ ਦੇ ਵਿੱਚ ਪ੍ਰੈਸ਼ਰ ਹੋ ਸਕਦਾ ਆ, ਕਨਫਿਊਜ਼ਨ ਹੋ ਸਕਦੀ ਆ, ਜਿਹੜੀ ਜਾਗਣ ਦੇ ਵਿੱਚ ਤਕਲੀਫ ਹੋ ਸਕਦੀ ਆ, ਜਿਹੜਾ ਚਮੜੀ ਦਾ ਰੰਗ ਤੁਹਾਡਾ ਪੀਲਾ ਪੈ ਸਕਦਾ ਆ, ਤੁਹਾਡੇ ਬੁੱਲ, ਤੁਹਾਡੇ ਨਹੁੰ, ਇਹਨਾਂ ਦਾ ਰੰਗ ਬਦਲ ਸਕਦਾ। ਜਿਹੜੀ ਹੈਲਥ ਕੈਨੇਡਾ ਹੈ ਉਹ ਇਸ ਵੇਲੇ ਦੱਸ ਰਹੇ ਆ ਤੇ ਜੇ ਇੱਦਾਂ ਦੀ ਹਾਲਤ ਤੁਹਾਡੇ ਕੋਲ ਹੁੰਦੀ ਆ ਤਾਂ ਇਮੀਡੀਏਟਲੀ ਜਿਹੜਾ 911 ਆ ਉਹ ਤੁਹਾਨੂੰ ਕਾਲ ਕਰਨਾ ਚਾਹੀਦਾ ਆ। ਜਿਹੜੇ ਸਿੰਪਟਮ ਆ ਉਹ ਬਾਰ-ਬਾਰ ਦੱਸੇ ਜਾ ਰਹੇ ਆ ਕਿ ਉਹੀ ਆ ਜਿਹੜਾ ਹੁਣ ਜਿਹੜੀ ਅੱਜ ਜਿਹੜੀ ਚਿੰਤਾ ਵਾਲੀ ਗੱਲ ਇਹ ਹੈ ਕਿ ਕ੍ਰੈਕਨ, ਇਹਨੂੰ ਪ੍ਰੋਨਾਊਂਸ ਕੀਤਾ ਜਾ ਰਿਹਾ KRAKEN, ਜਿਹੜਾ ਸਬ ਵੇਰੀਐਂਟ ਆ ਜਿਹਦੇ ਨਾਲ ਤੁਹਾਡਾ ਗਲਾ ਖਾਸ ਤੌਰ ਦੇ ਉੱਤੇ ਖਰਾਬ ਹੁੰਦਾ, ਸੋਰ ਥਰੋਟ ਹੁੰਦਾ, ਰਨੀ ਨੋਜ਼ ਆ, ਨੱਕ ਵਗਦਾ, ਸਨੀਜ਼ਿੰਗ ਹੁੰਦੀ, ਛਿੱਕਾਂ ਆਉਂਦੀਆਂ, ਕਫ ਆ, ਸ਼ਾਰਟਨੈਸ ਆਫ ਬ੍ਰੈਥ ਆ, ਬੁਖਾਰ ਹੋ ਜਾਂਦਾ, ਤੁਹਾਨੂੰ ਕਾਂਬਾ ਲੱਗਦਾ ਆ, ਤੁਹਾਨੂੰ ਥਕਾਵਟ ਹੋ ਜਾਂਦੀ, ਤੁਹਾਡੇ ਸਰੀਰ 'ਚ ਦਰਦ ਹੁੰਦਾ ਆ, ਤੁਹਾਨੂੰ ਸੁੰਘਣ ਦੀ ਸ਼ਕਤੀ ਖਤਮ ਹੋ ਜਾਂਦੀ ਆ, ਟੇਸਟ ਦੀ ਸ਼ਕਤੀ ਖਤਮ ਹੋ ਜਾਂਦੀ ਆ, ਇਸੇ ਤਰ੍ਹਾਂ ਸਿਰ ਦੁਖਦਾ, ਡਾਇਰੀਆ ਹੋ ਜਾਂਦਾ, ਵੋਮਟਿੰਗ, ਇਹ ਸਾਰੇ ਲੱਛਣ ਇਹਦੇ ਪਹਿਲਾਂ ਵਾਲੇ ਆ ਤੇ ਉਹ ਦੱਸੇ ਗਏ ਆ। ਇਹ ਸਬ ਵੇਰੀਐਂਟ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਚਿੰਤਾ ਪੈਦਾ ਕਰ ਰਿਹਾ ਹੈ। ਦੂਜੀ ਗੱਲ ਕਿ ਵੇਸਟ ਵਾਟਰ ਟੈਸਟਿੰਗ ਇਸ ਵੇਲੇ ਏਅਰਪੋਰਟਸ ਦੇ ਉੱਤੇ ਹੋ ਰਹੀ ਹੈ। ਸਾਡੇ ਜਿਹੜੇ ਹੈਲਥ ਮਿਨਿਸਟਰ ਨੇ ਉਹਨੇ ਇਹ ਵੀ ਦੱਸਿਆ ਆ ਕਿ ਅਸੀਂ ਉਹ ਸਾਰੇ ਸਟੈਪ ਲੈ ਰਹੇ ਹਾਂ ਕਿ ਬੰਦਾ ਜਿਹੜਾ ਚੀਨ ਵਾਲੇ ਪਾਸਿਓਂ ਜੇਕਰ ਇੱਧਰ ਨੂੰ ਆ ਰਿਹਾ ਆ, ਜਿੱਦਾਂ ਇਹਦੇ ਸ਼ੁਰੂ ਦੇ ਵਿੱਚ ਜਿਹੜਾ ਅਨਾਊਂਸ ਕੀਤਾ ਗਿਆ ਸੀ ਕਿ ਉੱਥੇ ਰਿਸਟ੍ਰਿਕਸ਼ਨਸ ਆ, ਹਾਂਗਕਾਂਗ, ਮਕਾਓ ਜਾਂ ਦੂਜੀਆਂ ਥਾਵਾਂ ਦੇ ਉੱਤੋਂ ਨੈਗੇਟਿਵ ਟੈਸਟ ਹੋਣਾ ਤੁਹਾਡੇ ਕੋਲ ਜ਼ਰੂਰੀ ਆ। ਇਸੇ ਤਰੀਕੇ ਦੇ ਨਾਲ ਜਿਹੜੀਆਂ ਮਤਲਬ ਉਹਦੇ ਅੱਗਿਓਂ ਟੈਸਟ ਕੀਤੇ ਜਾਂਦੇ ਆ, ਇਸੇ ਤਰ੍ਹਾਂ ਹੀ ਇਸ ਚੀਜ਼ ਨੂੰ ਇਹਦੇ ਟੈਸਟ ਵੇਸਟ ਵਾਟਰ ਉਹਨਾਂ ਫਲਾਈਟਾਂ ਦੇ ਟੈਸਟ ਵੀ ਕੀਤੇ ਜਾ ਰਹੇ ਆ ਜਿੱਧਰਲੇ ਪਾਸਿਓਂ ਇਹ ਫਲਾਈਟਸ ਆ ਰਹੀਆਂ, ਵੈਨਕੂਵਰ, ਟੋਰਾਂਟੋ, ਉੱਥੇ ਇਹਨੂੰ ਟੈਸਟ ਕੀਤਾ ਜਾ ਰਿਹਾ, ਖਾਸ ਕਰ ਚੀਨ ਤੇ ਹਾਂਗਕਾਂਗ ਤੋਂ ਆਉਣ ਵਾਲੀਆਂ ਫਲਾਈਟਸ ਦੇ ਵਿੱਚ, ਤਾਂ ਕਿ ਇਹਨੂੰ ਟਰੈਕ ਕੀਤਾ ਜਾ ਸਕੇ। ਤੇ ਸਬ ਵੇਰੀਐਂਟ ਨੂੰ ਰੌਲਾ ਇਹ ਆ ਕਿ ਕਰੋਨਾ ਆਪਣਾ ਰੂਪ ਬਦਲ ਲੈਂਦਾ, ਉਹਦੇ 'ਚ ਜੈਨੇਟਿਕਲੀ ਕੋਈ ਚੇਂਜ ਹੋ ਜਾਂਦੀ ਆ ਤੇ ਉਹ ਜਿਹੜੇ ਉਹਦੇ ਜਿਹੜੇ ਸਬ ਵੇਰੀਐਂਟ ਆ ਉਹਨੂੰ ਫੜਨ ਦੇ ਲਈ ਸਾਰਾ ਇਹਨਾਂ ਦਾ ਹੈਲਥ ਅਫੀਸ਼ੀਅਲ ਦਾ ਜ਼ੋਰ ਲੱਗਿਆ ਆ ਵੀ ਜਿਹੜੀ ਉਹਨੇ ਕੋਈ ਬਦਲਾਅ ਕੀਤਾ ਸਬ ਵੇਰੀਐਂਟ 'ਚ ਉਹਦੇ ਵਿੱਚੋਂ ਸਾਨੂੰ ਪਤਾ ਲੱਗ ਜਾਵੇ ਤੇ ਉਹਨੂੰ ਅਸੀਂ ਫੜ ਸਕੀਏ। ਜੇ ਪਤਾ ਲੱਗੂਗਾ ਵੀ ਕਿਹੜਾ ਸਬ ਵੇਰੀਐਂਟ ਆ, ਫਿਰ ਹੀ ਉਹਦੀ ਦਵਾਈ ਬਣਦੀ ਆ, ਫਿਰ ਹੀ ਉਹਦਾ ਜਿਹੜਾ ਇਲਾਜ ਆ ਜਾਂ ਉਹ ਕੀ ਨੁਕਸਾਨ ਕਰ ਸਕਦਾ
ਉਹ ਜਿਹੜੀ ਗੱਲਬਾਤ ਆ ਉਹਦੇ ਤੋਂ ਬਾਅਦ ਸਾਹਮਣੇ ਆਉਂਦੀ ਆ। ਸੋ ਲਗਭਗ ਸਾਰੇ ਕੈਨੇਡਾ ਦੇ ਵਿੱਚ ਵੇਸਟ ਵਾਟਰ ਮੋਨੀਟਰਿੰਗ ਕੀਤੀ ਜਾ ਰਹੀ ਆ। ਵੇਸਟ ਵਾਟਰ ਮੋਨੀਟਰਿੰਗ ਦਾ ਕੀ ਹੁੰਦਾ ਕਿ ਤੁਸੀਂ ਜਿਹੜਾ ਟੋਇਲਟ ਦਾ ਪਾਣੀ ਵੇਸਟ ਵਾਟਰ ਆ ਜਦੋਂ ਬਾਹਰ ਆਉਂਦਾ ਉਹਨੂੰ ਸਾਇੰਟਿਸਟ ਉਹਦਾ ਸੈਂਪਲ ਲੈਂਦੇ, ਉਹਨੂੰ ਟੈਸਟ ਕਰਦੇ ਤੇ ਉਹਦੇ ਵਿੱਚੋਂ ਦੇਖ ਕੇ ਦੱਸ ਦਿੰਦੇ ਆ ਵੀ ਇੰਨਾ ਕੁ ਵਾਇਰਸ ਇਸ ਫਲਾਈਟ ਦੇ ਵਿੱਚ ਸੀਗਾ। ਜਿਹੜਾ ਜਦੋਂ ਇਹ ਕਹਿੰਦੇ ਆ ਕਿ ਵਾਇਰਸ ਸਭ ਤੋਂ ਪਹਿਲਾਂ ਤੁਹਾਡੇ ਇਹ ਵੇਸਟ ਮਟੀਰੀਅਲ ਦੇ ਥਰੂ ਟੋਇਲਟ ਦੇ ਵਿੱਚ ਜਾਂਦਾ ਆ, ਚਾਹੇ ਘਰਾਂ ਦਾ ਆ, ਸ਼ਹਿਰਾਂ ਦਾ ਵੀ ਐਸੇ ਤਰੀਕੇ ਨਾਲ ਇਹ ਸਾਇੰਟਿਸਟ ਚੈੱਕ ਕਰਦੇ ਆ ਵੀ ਜੇ ਇਹਨਾਂ ਨੂੰ ਲੱਗੇ ਓਟਵਾ ਦੇ ਵਿੱਚ ਵਾਇਰਸ ਜ਼ਿਆਦਾ ਹੋਣਾ ਜਾਂ ਨਹੀਂ ਹੋਣਾ, ਓਟਵਾ ਦੇ ਵਿੱਚੋਂ ਜਿਹੜੇ ਵੇਸਟ ਵਾਟਰ ਦੇ ਸੈਂਪਲ ਆ ਸੀਵੇਜ ਦੇ ਵਿੱਚੋਂ ਕੁਝ ਟੈਸਟ ਕਰ ਲੈਂਦੇ ਆ। ਇਹ ਜਦੋਂ ਫਿਰ ਇਹਨਾਂ ਦੇ ਵੇਸਟ ਵਾਟਰ ਦੇ ਵਿੱਚ ਆ ਜਾਵੇ ਉਸ ਤੋਂ 15 ਕੁ ਦਿਨਾਂ ਬਾਅਦ ਕੋਵਿਡ ਦੇ ਨੰਬਰ ਵਧਣ ਲੱਗ ਜਾਂਦੇ ਤੇ ਹਸਪਤਾਲਾਂ ਦੇ ਵਿੱਚ ਰਸ਼ ਪੈਣਾ ਸ਼ੁਰੂ ਹੋ ਜਾਂਦਾ। ਉਸੇ ਟੈਕਨੀਕ ਨੂੰ ਇਹ ਇੱਧਰਲੇ ਪਾਸੇ ਵਰਤ ਰਹੇ ਆ ਕਿ ਸਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਵੇ ਕਿ ਇਹਨਾਂ ਫਲਾਈਟਾਂ ਦੇ ਵਿੱਚ ਕਿੰਨਾ ਕੁ ਵਾਇਰਸ ਆ ਰਿਹਾ ਆ ਤੇ ਉਸ ਹਿਸਾਬ ਦੇ ਨਾਲ ਇਹ ਐਕਟ ਇਹਦੇ ਉੱਤੇ ਕਰ ਸਕਣ। ਅਗਲੀ ਗੱਲਬਾਤ ਇੰਟਰਸਟ ਰੇਟ ਬਾਰੇ। 25 ਜਨਵਰੀ ਨੂੰ ਬੁੱਧਵਾਰ ਨੂੰ ਮੀਟਿੰਗ ਹੋਣੀ ਆ ਬੈਂਕ ਆਫ ਕੈਨੇਡਾ ਦੀ, ਤੇ ਉਦੋਂ ਨੂੰ ਇਹਨਾਂ ਨੇ ਇਹ ਦੱਸ ਦੇਣਾ ਵੀ ਹੁਣ ਇੰਟਰਸਟ ਰੇਟ ਵਧਾਉਣੇ ਆ ਕਿ ਘਟਾਉਣੇ ਆ। 8 ਵਾਰੀ ਸਾਲ ਦੇ ਵਿੱਚ ਮੀਟਿੰਗ ਹੁੰਦੀ ਆ, ਹਰ ਬੁੱਧਵਾਰ ਨੂੰ ਇਹਨਾਂ ਦੀ, ਹਰ ਵਾਰੀ ਬੁੱਧਵਾਰ ਦੇ ਦਿਨ ਇਹਨਾਂ ਦੀ ਮੀਟਿੰਗ ਹੁੰਦੀ ਆ। 25 ਮਾਰਚ ਤੋਂ ਬਾਅਦ 8 ਮਾਰਚ ਨੂੰ ਹੋਣੀ ਆ, ਫਿਰ 12 ਅਪ੍ਰੈਲ ਨੂੰ, ਫਿਰ 7 ਜੂਨ ਨੂੰ, ਫਿਰ ਜੁਲਾਈ 12 ਨੂੰ, ਫਿਰ ਸਤੰਬਰ 6 ਨੂੰ, ਫਿਰ ਅਕਤੂਬਰ 25 ਨੂੰ, ਤੇ ਆਖਰੀ ਮੀਟਿੰਗ ਦਸੰਬਰ 6 ਨੂੰ ਹੋਣੀ ਆ। ਸੋ ਹੁਣ ਪਹਿਲੀ ਹੈ ਸਾਲ ਦੀ ਮੀਟਿੰਗ 25 ਜਨਵਰੀ ਬੁੱਧਵਾਰ ਵਾਲੇ ਦਿਨ ਹੋਣ ਜਾ ਰਹੀ ਹੈ। ਉਹ ਮੀਟਿੰਗ ਦੇ ਵਿੱਚ ਕੀ ਹੋਣਾ, ਮਾਹਰ ਪਹਿਲਾਂ ਹੀ ਅੰਦਾਜ਼ਾ ਲਾ ਰਹੇ ਆ ਕਿ ਬੈਂਕ ਆਫ ਕੈਨੇਡਾ ਇਸ ਵੇਲੇ ਵਧਾਊਗੀ ਇੰਟਰਸਟ ਰੇਟ। ਇਹਨੂੰ ਮੰਨਿਆ ਜਾ ਰਿਹਾ ਇੱਦਾਂ ਕਿ ਇਨਫਲੇਸ਼ਨ ਹਜੇ ਘਟੀ ਤਾਂ ਹੈ ਪਰ ਉਨੀ ਜ਼ਿਆਦਾ ਨਹੀਂ ਘਟੀ, ਇਸ ਕਰਕੇ ਸੈਂਟਰਲ ਬੈਂਕ ਨੂੰ ਮੰਨਿਆ ਜਾ ਰਿਹਾ ਕਿ ਇਹ ਥੋੜ੍ਹਾ ਜਿਹਾ ਜਿਹੜਾ ਰੇਟ ਆ ਉਹਨੂੰ ਉੱਪਰ ਲੈ ਜਾਣਗੇ ਬੁੱਧਵਾਰ ਨੂੰ। ਤੇ ਬਹੁਤ ਸਾਰੀਆਂ ਜਿਹੜੀਆਂ ਕਮਰਸ਼ੀਅਲ ਬੈਂਕਸ ਆ ਉਹ ਫੋਰਕਾਸਟ ਕਰ ਰਹੀਆਂ ਕਿ ਇਹ 0.25% ਯਾਨੀ ਪੌਣਾ 0.25% ਵਾਧਾ ਹੋਊਗਾ। ਇਹਦੇ ਨਾਲ ਜਿਹੜਾ ਸੈਂਟਰਲ ਬੈਂਕ ਦਾ ਕੀ ਇੰਟਰਸਟ ਰੇਟ ਆ 4.5 ਦੇ ਉੱਤੇ ਪਹੁੰਚ ਜਾਣਾ, 4.5% ਦੇ ਉੱਤੇ, ਜਿਹੜਾ 2007 ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦਾ ਹੋਊਗਾ। 4.5 ਮਾਫੀ ਚਾਹੁੰਦੇ ਆ, 4.5 ਜੇ ਇਹ 0.25% ਵਧਾ ਦਿੰਦੇ, ਹਜੇ ਪਤਾ ਕੋਈ ਨਹੀਂ ਵਧਾਉਣਾ ਕਿ ਨਹੀਂ ਵਧਾਉਣਾ, ਪਰ ਬਹੁਤਿਆਂ ਦਾ ਅੰਦਾਜ਼ਾ ਵੀ ਇੰਨਾ ਕੁ ਵਧਾਉਣਗੇ। ਹੁਣ ਹੈਡਲਾਈਨ ਜਿਹੜੀ ਇਹ ਆ ਕਿ ਕੱਲ੍ਹ ਦੀ ਇਨਫਲੇਸ਼ਨ ਸਲੋ ਹੋ ਗਈ ਆ ਪਿਛਲੇ ਮਹੀਨੇ ਦੇ ਵਿੱਚ, ਤੇ ਪਰ ਇਹ ਦੱਸਦੇ ਆ ਕਿ ਇੰਨੀ ਜ਼ਿਆਦਾ ਸਲੋ ਨਹੀਂ ਹੋਈ ਵੀ ਇਹ ਹਜੇ ਇੰਟਰਸਟ ਰੇਟ ਵਧਾਉਣਾ ਬੰਦ ਕਰ ਦੇਣ, ਕਿਉਂਕਿ ਹਾਲਤ ਉੱਥੇ ਦੀ ਉੱਥੇ ਹੀ ਖੜੀ ਆ। ਇਹ ਵੀ ਗੱਲ ਮੰਨੀ ਜਾ ਰਹੀ ਵੀ ਇਹ ਆਖਰੀ ਵਾਧਾ ਹੋਊਗਾ, ਕਿਹਾ ਤਾਂ ਨਹੀਂ ਜਾ ਸਕਦਾ ਇਹਦੇ ਬਾਰੇ, ਮਾਹਰ ਆਪਣਾ ਅੰਦਾਜ਼ਾ ਲਾ ਰਹੇ ਆ। ਹੁਣ ਇਹ ਤਾਂ ਬੈਂਕ ਆਫ ਕੈਨੇਡਾ ਨੂੰ ਪਤਾ ਕਿ ਉਹਨਾਂ ਨੇ ਕੀ ਕਰਨਾ, ਕਿੰਨਾ ਵਧਾਉਣਾ ਕਿੰਨਾ ਨਹੀਂ ਵਧਾਉਣਾ, ਪਰ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਵੀ ਆਖਰੀ ਵਾਰੀ ਇਹਨਾਂ ਨੇ ਵਧਾਉਣਾ। ਜਿਹੜੀ ਅਗਲੀਆਂ 2 ਮੀਟਿੰਗ ਜਾਂ ਕੁਛ ਮੀਟਿੰਗ ਹੋਣਗੀਆਂ ਉਹ 'ਚ ਇਹਨਾਂ ਨੇ ਕੁਛ ਨਹੀਂ ਕਰਨਾ। ਮਤਲਬ 25 ਜਨਵਰੀ ਨੂੰ 0.25% ਵਧਾ ਕੇ ਫਿਰ 8 ਮਾਰਚ ਤੇ 12 ਅਪ੍ਰੈਲ ਵਾਲੀ ਮੀਟਿੰਗ ਦੇ ਵਿੱਚ ਠੀਕ ਠਾਕ ਰੱਖਣਗੇ, ਤੇ ਫਿਰ ਹੌਲੀ ਹੌਲੀ ਕਿਤੇ ਜਾ ਕੇ ਥੋੜ੍ਹਾ ਬਹੁਤਾ 0.25% ਥੱਲੇ ਵੀ ਕਰ ਸਕਦੇ ਆ ਤੇ ਥੋੜ੍ਹਾ ਉੱਤੇ ਵੀ ਕਰ ਸਕਦੇ। ਹੁਣ ਇਹਦੇ ਨੇੜੇ ਤੇੜੇ 4.5 4.5% ਦੇ ਨੇੜੇ ਤੇੜੇ ਵਿਆਜ ਕੈਨੇਡਾ ਦੇ ਵਿੱਚ ਰਹੂਗਾ। ਇਸ ਕਿਸਮ ਦਾ ਅੰਦਾਜ਼ਾ ਮਾਹਰ ਲਾ ਰਹੇ ਆ। ਤੇ ਹੁਣ ਇਨਫਲੇਸ਼ਨ ਇਹਦੇ ਨਾਲ ਘਟਦੀ ਹੈ ਕਿ ਨਹੀਂ ਘਟਦੀ, ਪਰ ਜਿਹੜੇ ਇੰਟਰਸਟ ਰੇਟ ਵਧਣ ਦੇ ਨਾਲ ਲੋਕਾਂ ਦੇ ਉੱਤੇ ਜੇ ਇਸ ਕਿਸਮ ਦਾ ਪ੍ਰੈਸ਼ਰ ਇਸ ਵੇਲੇ ਹੈਗਾ, ਲੋਕ ਜਿਹਦੇ ਵਿੱਚੋਂ ਲੰਘ ਰਹੇ ਆ ਉਹਨੂੰ ਲੋਕ ਸਮਝ ਵੀ ਰਹੇ ਆ। ਸਾਡੇ ਲੀਡਰ ਵੀ ਇਸ ਗੱਲ ਬਾਰੇ ਚਿੰਤਤ ਨੇ, ਹਾਲਾਂਕਿ ਬੈਂਕ ਆਫ ਕੈਨੇਡਾ ਵਧਾ ਰਹੀ ਆ, ਕੋਈ ਇਹ ਲਿਬਰਲ ਪਾਰਟੀ ਜਾਂ ਜਸਟਿਨ ਟਰੂਡੋ ਇੰਟਰਸਟ ਰੇਟ ਨਹੀਂ ਵਧਾ ਰਹੇ, ਕੋਈ ਆਟੋਨੋਮਸ ਬੋਡੀ ਆ ਟਿਫ ਮਕੱਲਮ ਉਹਦੇ ਗਵਰਨਰ ਨੇ, ਪਰ ਇਸ ਗੱਲ ਦੇ ਉੱਤੇ ਚਿੰਤਾ ਸਾਰੀਆਂ ਪਾਰਟੀਆਂ ਹੀ ਕਰ ਰਹੀਆਂ ਆ। NDP ਆਗੂ ਜਗਮੀਤ ਸਿੰਘ ਨੇ ਕੁਝ ਦਿਨ ਪਹਿਲਾਂ ਆਪਣਾ ਬਿਆਨ ਦਿੱਤਾ, ਜਿਹੜੀ ਉਹਨਾਂ ਦੀ ਕਾਕਸ ਨੂੰ ਉਹ ਸੰਬੋਧਨ ਕਰ ਰਹੇ ਸੀ ਉੱਥੇ ਕਾਨਫਰੰਸ ਦੇ ਵਿੱਚ। ਉਹਨਾਂ ਨੇ ਕਿਹਾ ਵੀ ਸਾਡੇ ਪ੍ਰਧਾਨ ਮੰਤਰੀ ਲੋਕਾਂ ਦੇ ਨਾਲ ਨਹੀਂ ਖੜ ਰਹੇ, ਇੰਟਰਸਟ ਰੇਟ ਵਧੀ ਜਾਂਦੇ ਆ ਤੇ ਉਹਨਾਂ ਦੇ ਨਾਲ ਖੜਨਾ ਚਾਹੀਦਾ। ਜਿਹੜੇ ਕੰਜ਼ਰਵੇਟਿਵ ਦੇ ਪੀਅਰ ਪੋਲੀਓ ਨੇ ਉਹ ਪਹਿਲਾਂ ਹੀ ਲੰਬੇ ਸਮੇਂ ਤੋਂ ਕਹਿ ਰਹੇ ਵੀ ਇਹ ਸਾਰੇ ਕੁਝ ਦੇ ਜ਼ਿੰਮੇਵਾਰ ਹੀ ਇਹ ਲਿਬਰਲ ਪਾਰਟੀ ਆ, ਤੇ ਇਹ ਜਿਹੜੇ ਮਾਫੀ ਚਾਹੁੰਦਾ ਟਿਫ ਮਕੱਲਮ ਨੇ ਜਿਹੜੇ ਗਵਰਨਰ ਨੇ ਸੈਂਟਰਲ ਬੈਂਕ ਦੇ, ਉਹ ਕਹਿੰਦੇ ਸੀ ਵੀ ਜਦੋਂ ਮੇਰੀ ਸਰਕਾਰ ਬਣ ਗਈ ਤੇ ਮੈਂ ਪ੍ਰਧਾਨ ਮੰਤਰੀ ਬਣ ਗਿਆ, ਸਭ ਤੋਂ ਪਹਿਲਾ ਕੰਮ ਇਹ ਕਰਨਾ ਵੀ ਮੈਂ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਕੱਢ ਦੇਣਾ, ਟਿਫ ਮਕੱਲਮ ਨੂੰ ਉਹਦੀ ਨੌਕਰੀ ਤੋਂ ਕੱਢ ਦੇਣਾ। ਸੋ ਹੁਣ ਦੇਖੋ ਕੀ ਬਣਦਾ 25 ਤਰੀਕ ਨੂੰ ਬੁੱਧਵਾਰ ਨੂੰ, ਪਰ ਅੱਜ ਹੀ ਲੋਕ ਇਹਦੇ ਬਾਰੇ ਗੱਲਾਂ ਬਾਤਾਂ ਕਰ ਰਹੇ ਆ ਤੇ ਸਾਰੇ ਜਿਹੜੇ ਮਾਹਰ ਨੇ ਉਹਨਾਂ ਸਾਰਿਆਂ ਦੇ ਅੰਦਾਜ਼ੇ ਦੇ ਵਿੱਚੋਂ ਇੱਕੋ ਹੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਜਿਹੜਾ ਇਹ 0.25% ਵਧਾਉਣਗੇ 0.2% ਤੇ 4.5 ਦੇ ਉੱਤੇ ਇੰਟਰਸਟ ਰੇਟ ਇਸ ਸਾਲ ਟਿਕ ਜਾਣਗੇ। ਨਾ ਹੀ ਤਾਂ ਬਹੁਤੇ ਵਧਣੇ ਆ ਇਹ ਤੋਂ ਤੇ ਨਾ ਹੀ ਬਹੁਤੇ ਘਟਣੇ ਆ। ਲਾ ਪਾ ਕੇ ਕੋਈ 0.5% ਜਾਂ ਥੋੜ੍ਹਾ ਬਹੁਤਾ 0.25% ਉੱਤੇ ਥੱਲੇ ਹੋ ਸਕਦਾ ਹੈ, ਪਰ 4.5% ਦੇ ਉੱਤੇ ਇਹ ਵਿਆਜ ਦਰਾਂ ਰਹਿਣਗੀਆਂ। ਬਾਕੀ ਡਿਪੈਂਡ ਕਰਦਾ ਕਿ ਸੀਨ ਕਿਸ ਤਰ੍ਹਾਂ ਦੇ ਬਣਦੇ ਆ ਜਿਹੜੇ
ਉਧਰ रूस यूक्रेन युद्ध का की बनता, महंगाई का की बनता, सप्लाई चेन कित्थे क जाती है, उन्होंने सारे फैक्टर के उत्ते निर्भर करता भी इंटरस्ट रेट किधर नूं जाणगे। अगली गलबात जी पोलिटिकल साडे एक इशू आ इस वेले जिहड़ा जस्टिन ट्रूडो तो NDP आगू जगमीत सिंह होना दे विचकार, तो NDP इस बारी तैयार आ कि जिहड़ियां गल्लां दे उत्ते असीं इहनूं सपोर्ट दित्ती आ लिबरल पार्टी नूं, असीं हुण उहनां दे उत्ते खड़े रहना है। इस साल 2023 दे विच प्रीलिमिनरी जी सैटिंग आ उन्होंने उन्होंने हिसाब किताब ला रहा भी जी कमिटमेंट प्राइम मिनिस्टर जस्टिन ट्रूडो ने NDP के नाल कीती सी, NDP लीडर जगबीर सिंह होना नाल कीती सी, उहदे उत्ते हुण समा आ गया भी उन्होंने पुछया जाए भी तुसीं कर रहे हैं जां तुसीं उहदे उत्ते की कर रहे हैं। जिहड़ी दो पार्टी का कॉन्फिडेंस एंड सप्लाई पार्टी जिहड़ा कॉन्फिडेंस एंड सप्लाई डील आ इन्हां दी उहदे उत्ते ये खड़े आ। मार्च 2022 दे विच एग्रीमेंट होया सी जिहदे विच इन्होंने कहा सी NDP ने ट्रूडो सरकार नूं कि तुसीं आ गल्लां साडीआं मन लो तो असीं तुहानूं सपोर्ट कर दांगे, तो 25 तक तुहाडी असीं सपोर्ट जिहड़ी है इस तरह करी जावांगे। तो अक्तूबर 10 अक्तूबर के शायद किन्ने अक्तूबर 2025 दे विच डेट फिक्स आ इलैक्शन की कि इन्ने अक्तूबर 2025 दे विच इलैक्शन होनी है। जे पहलां इन्हां ने करा ली तो वक्री गल आ, पर अक्तूबर 25 दे विच डेट ये फिक्स की गई है भी उदों तक असीं तां तुहाडी सपोर्ट करांगे जेकर तुसीं जिहड़े साडे की एलीमेंट्स ने साडे एग्रीमेंट ते जिहड़ा असीं समझौता कीता तुहाडे नाल उहदियां साਂਝੀਆਂ गल्लां। एक तो इन्हां ने सब तो वड्डी गल कही सी नैशनल डेंटल केयर प्रोग्राम ਉਹਦੇ ਵਿੱਚ करो, दूजा ने कहा सी जिहड़ा रेंटल ते GST बूस्ट बेनीफिट ਉਹਨੂੰ बूस्ट करो। फिर कहा सी कि जिहड़ी कैनेडा वाइड जिहड़ी चाइल्ड केयर सिस्टम आ ਉਹਦੇ संबंधी जिहड़ा लैजिसलेशन लैके आओ। हुण ये NDP इस साल थोड़ा जिहा सख्त हो रही है लिबरल पार्टी दे नाल, जिस तरह उन्होंने तो लगता है। इन्हों की जी अपनी पार्टी की गलबात कॉन्फ्रेंस सीगी ਉਹਦੇ ਵਿੱਚ कॉकस में संबोधित करते हैं जस्टिन ट्रूडो ने कुछ दिन पहला माफ़ी चाहने सरदार जगमीत सिंह उन्होंने कुछ दिन पहला कहा सी भी जे लिबरल पार्टी ने साडी गल ना मन्नी तो असीं सपोर्ट खिंच लवांगे। सो इस स्टेज के उत्ते जो सारा कुछ ठीक ठाक चल रहा तो उस वेले सरदार जगमीत सिंह कह रहे हैं कि जे ये ना मन्नी तो असीं सपोर्ट खिंच लवांगे। तो यह कुदरती तौर पर उत्ते लिबरल पार्टी के उत्ते भी जिहड़ा प्रैशर आ वो पै रहा आ कि जिहड़ियां नवीं पोलिंग जो इस वेले आ रही आ जिहड़ियां ये सारियां पार्टियां ते जिहड़े कुछ कंपनियां ने ना ये पोलिंग करदियां लोकां दे ये देखने की कोशिश करदियां हुंदियां भी लोकां दे विच इस वेले चलदा की है तो लोग गल किहदे बारे ज़्यादा करदे ते लोकां कोले मसला की आ। उस मसले नूं लैके फिर अगे पॉलिसियां बनदियां ते पार्टियां दीयां स्ट्रैटजीज बनदियां आ। जिहड़ी हुण पोलिंग आ उहदे च सब तो वड्डी गल यही उभर के सामने आई आ भी हैल्थ केयर इस वेले टॉप नैशनल इशू आ, इशू ऑफ कंसरन आ साडे इत्थे। तो इनू जिहड़ा किसी ना किसी तरह हो स्क्वीज़ भी किया जा रहा है। तो हुण जिहड़ा ये 2 पार्टी पैक्ट आ, 2 पार्टियां का समझौता होया इहदे विच कुछ करनगे तो तां ही इन्हां नूं जस्टिन ट्रूडो नूं NDP की सपोर्ट मिल सकती है, नहीं तो किते ना किते गल गड़बड़ हो सकती है। तो इस मामले दे विच हुण ये प्रोग्रेस कर रहे हैं तो आने वाले दिनों के प्रैशर पाउणगे जस्टिन ट्रूडो होना दे उत्ते कि इन्हां गल्लां दे उत्ते खरे उतरो। डेंटल केयर आ उन्होंने टीन्स ते सीनियर तक एक्सपैंड करो, थोड़ा बहुत उहदे लई कीता गया। अगला जिहड़ा वो भी इहदे विच करो। 23 का जिहड़ा फैडरल बजट आ उहदे विच इन्हां ने हुण कहना भी इन्हूं इनकलूड करो भी गल्लां बातां दे नाल नहीं सरना, जो कुछ तुसीं किहा है इहनूं इहदे तक लैके आओ। दूजा इन्हां दा वड्डा मुद्दा सीगा फार्मा केयर एक्ट दा जिहड़ा इन्हां ने NDP ने कहा इन्हां नूं लिबरल्स नूं कि तुसीं ये करो। सो फार्मा केयर फ्रेमवर्क आ उहनूं लिआंदा जाऊगा, कैनेडा का जिहड़ा हैल्थ केयर सिस्टम का एक्सपेंशन आ उहनूं कीता जाऊगा। तो जिहड़े कुछ इशू इन्हां दे NDP दे इन्हां दे नाल जिहड़ा होम बायर बिल ऑफ राइट्स आ ਉਹਦੇ उत्ते भी इन्होंने कहा भी हुण असीं गलबात करांगे कि उहनूं भी इहदे विच इनकलूड कीता जावे। तो इस तरह जिहड़ी बैनीफिशियल ओनरशिप रजिस्ट्री है ਉਹਦੇ उत्ते भी काम कीता जाऊगा। थोड़ा जिहा प्रैशर इस वेले NDP वालों लिबरल्स दे उत्ते पैना शुरू हो चुक्या कि तुसीं इस फील्ड दे विच जिहड़े वादे कीते उन्होंने पूरा करने लई अगे वधना शुरू करो। अगली गलबात कमाकारां नूं लैके आ। पिछले समय दे विच एक चर्चा चली सी कि 4 दिन का हफ्ता होना चाहिए तो तनख्वाह बंदे नूं उन्नी दिओ जिन्नी उहनूं 5 दिन काम करन दी दिंदे आ, काम उहदे कोलों सिर्फ 4 दिन कराओ तो उहदे कोलों प्रोडक्टिविटी भी उन्नी लो जिन्नी वो 5 दिन दे विच दिंदा। मतलब रिजल्ट उन्नी काम घट तनख्वाह पूरी। ये इंग्लैंड दे विच एक्सपैरीमेंट शुरू होया सी ते हौली हौली फैलदा वो इत्थे अपने कैनेडा दे विच भी आ गया, अमेरिका दे विच भी इस साल इहदे उत्ते जिहड़ियां सर्चेज हो रही हैं। तो एक 4 डे वीक होर कॉन्सैप्ट चर्चा दे विच आ भी तुसीं
ਜਿਹੜੇ 8 ਘੰਟੇ 5 ਦਿਨ ਚ ਲਵਾਉਣੇ ਆ 40 ਘੰਟੇ ਹਫ਼ਤੇ ਦੇ ਪੂਰੇ ਕਰਨੇ ਆ, ਉਹ 10-10 ਘੰਟੇ 4 ਦਿਨ ਚ ਲਵਾ ਲਓ ਤੇ 5ਵੇਂ ਦਿਨ ਅਗਲੇ ਨੂੰ ਛੁੱਟੀ ਦੇ ਦਿਓ। ਇਹ ਦੋਵੇਂ ਕਨਸੈਪਟ ਪਤਾ ਲੱਗ ਰਿਹਾ ਕਿ ਕਾਫੀ ਪੋਪੂਲਰ ਹੋ ਰਿਹਾ ਕੈਨੇਡਾ ਦੇ ਵਿੱਚ। ਦੋਵਾਂ ਦੇ ਪਾਸੇ ਹੀ ਜਿਹੜੇ ਲੋਕ ਆ ਉਹ ਕਹਿੰਦੇ ਆ ਵੀ ਇਹ ਦੋਵੇਂ ਹੀ ਠੀਕ ਆ, ਜਿਹੜੀ ਮਰਜ਼ੀ ਗੱਲਬਾਤ ਇਹਦੇ ਨਾਲ ਸੰਬੰਧਿਤ ਜਿਹੜੀ ਆ ਉਹ ਕਰ ਲਈ ਜਾਵੇ। ਹੁਣ 4 ਦਿਨ ਦਾ ਵਰਕ ਵੀਕ ਮੇਨ ਸਟਰੀਮ ਦੇ ਵਿੱਚ ਇਹਦੀ ਕਾਫੀ ਇੱਕ ਮੋਮੈਂਟਮ ਫੜ ਰਿਹਾ ਇਸ ਵੇਲੇ ਕਾਰਪੋਰੇਟ ਕੈਨੇਡਾ ਦੇ ਵਿੱਚ ਜਾਂ ਵਰਕ ਪਲੇਸਿਸ ਦੇ ਉੱਤੇ। ਹੁਣ ਕਿਉਂਕਿ ਜਦੋਂ ਆ ਕਰੋਨਾ ਹੋ ਗਿਆ ਸੀ ਸਾਰੇ ਲੋਕ ਘਰਾਂ ਤੋਂ ਕੰਮ ਕਰਨ ਲੱਗ ਪਏ, ਮਤਲਬ ਸਾਰੇ ਲੋਕ, ਜਿਹੜੇ ਲੋਕ ਘਰਾਂ ਤੋਂ ਕੰਮ ਕਰਦੇ ਸੀ, ਕਿਸੇ ਨੇ ਕੰਪਿਊਟਰ 'ਤੇ ਕੰਮ ਕਰਨਾ ਉਹ ਘਰੋਂ ਕਰੀ ਜਾਂਦਾ ਸੀ, ਉਹਨੇ ਦਫ਼ਤਰ ਜਾ ਕੇ ਕੀ ਕਰਨਾ। ਜਿਹੜਾ ਫਿਜ਼ੀਕਲੀ ਬੰਦੇ ਨੂੰ ਕਿਤੇ ਜਾ ਕੇ ਕੰਮ ਕਰਨਾ ਪੈਣਾ ਉਹ ਤਾਂ ਨਹੀਂ ਘਰੋਂ ਕਰ ਸਕਦਾ, ਉਹ ਤਾਂ ਉੱਥੇ ਜਾ ਕੇ ਹੀ ਕਰੂਗਾ। ਹੁਣ ਉਹ ਕਰੋਨਾ ਖਤਮ ਹੋ ਗਿਆ, ਇਹ ਮੁੜ ਕੇ ਕੰਮਾਂ 'ਤੇ ਸੱਦ ਰਹੇ ਆ ਤੇ ਉਹ ਗੱਲਬਾਤ ਹਜੇ ਬਣ ਨਹੀਂ ਰਹੀ, ਵਿੱਚ ਵਿਚਾਲੇ ਆ। ਲੋਕ ਕੰਮਾਂ 'ਤੇ ਆਉਣਾ ਨਹੀਂ ਚਾਹੁੰਦੇ, ਉਹਨਾਂ ਨੂੰ ਆਦਤ ਪੈ ਚੁੱਕੀ ਘਰੋਂ ਕੰਮ ਕਰਨ ਦੀ, ਅਤੇ ਬਹੁਤ ਕਈਆਂ ਕੰਪਨੀਆਂ ਕੋਲ ਥਾਂ ਹੀ ਹੈ ਨਹੀਂ ਉੱਥੇ। ਉਹ ਕਹਿੰਦੇ ਅਸੀਂ ਰੈਂਟ 'ਤੇ ਜ਼ਰੂਰ ਲੈਣੀ ਜੇ ਘਰੋਂ ਹੀ ਕੰਮ ਹੋਈ ਜਾਂਦਾ। ਮਤਲਬ ਸਾਰਾ ਕੁਝ ਥੋੜ੍ਹਾ ਜਿਹਾ ਹਿੱਲਿਆ ਜੁਲਿਆ ਆ। ਇਹ ਸਾਰੇ ਹਿੱਲੇ ਜੁਲੇ ਦੇ ਵਿੱਚ ਹੀ ਹੁਣ 4 ਦਿਨਾਂ ਦੇ ਹਫ਼ਤੇ ਵਾਲੀ ਗੱਲਬਾਤ ਚੱਲ ਪਈ ਆ ਕਿ ਜਿਹੜਾ ਇਹ ਸਰਵੇ ਕੀਤਾ ਸੀ ਇਹਦੇ ਵਿੱਚ ਤੁਸੀਂ 4 ਦਿਨ ਹੀ ਕੰਮ ਕਰਾਓ। ਇੱਕ ਰਿਕਰੂਟਮੈਂਟ ਫਰਮ ਆ ਜਿਹੜੇ ਲੋਕਾਂ ਨੂੰ ਭਰਤੀ ਕਰਦੀ ਆ, ਰੋਬਰਟ ਹਾਫ, ਇਹਨਾਂ ਨੇ ਇੱਕ ਸਰਵੇ ਕੀਤਾ ਆ। ਇਹਨਾਂ ਨੂੰ ਇਹ ਪਤਾ ਲੱਗਿਆ ਵੀ 91% ਜਿਹੜੇ ਸੀਨੀਅਰ ਮੈਨੇਜਰ ਨੇ ਇਸ ਪੋਲ ਦੇ ਵਿੱਚੋਂ ਉਹ ਇਹ ਕਹਿੰਦੇ ਆ ਕਿ ਇਹ 4 ਦਿਨ ਦੇ ਵਰਕ ਵੀਕ ਨੂੰ ਸਪੋਰਟ ਕਰਦੇ ਆ। ਵੀ 91% ਮੈਨੇਜਰ 4 ਦਿਨ ਦੇ ਵਰਕ ਵੀਕ ਨੂੰ ਸਪੋਰਟ ਕਰ ਰਹੇ ਆ। ਬਹੁਤੇ ਮੈਨੇਜਰ ਇਹ ਵੀ ਐਂਟੀਸਪੇਟ ਕਰ ਰਹੇ ਆ ਕਿ ਕੰਪਨੀ ਟ੍ਰਾਂਜੀਸ਼ਨ ਕਰੂਗੀ ਹੌਲੀ ਹੌਲੀ ਛੋਟੇ ਹਫ਼ਤਿਆਂ ਦੇ ਵਿੱਚ, ਅਗਲੇ 5 ਸਾਲਾਂ ਦੇ ਵਿੱਚ ਇਹਨਾਂ ਨੇ ਆ ਜਾਣਾ ਇਸ ਗੱਲ 'ਤੇ ਵੀ 4 ਦਿਨ ਹੀ ਕੰਮ ਹੋਇਆ ਕਰੂਗਾ। ਵਰਕਰ ਜਿਹੜੇ ਪੋਲਡ ਆ ਉਹਨਾਂ ਨੇ ਵੀ ਜਿਹੜੇ 3 ਕੁਆਟਰ ਉਹ ਕਹਿ ਰਹੇ ਆ ਕਿ ਉਹਨਾਂ ਨੂੰ ਇੱਦਾਂ ਲੱਗਦਾ ਵੀ 10 ਘੰਟੇ 4 ਦਿਨ ਲਵਾ ਲਓ, 2-2 ਘੰਟੇ ਕਰਕੇ ਸਾਨੂੰ ਇੱਕ ਛੁੱਟੀ ਹੋਰ ਦੇ ਦਿਓ, ਇਹ ਜ਼ਿਆਦਾ ਸਾਡੇ ਲਈ ਠੀਕ ਆ। ਹੁਣ ਆਪਸ਼ਨ 4 ਡੇ ਵੀਕ ਦੀ ਸਪੋਰਟ ਜਿਹੜੀ ਇਹਦੇ ਨਾਲ ਇਸ ਚੀਜ਼ ਨੂੰ ਵੀ ਫਾਇਦਾ ਮਿਲੂਗਾ ਕਿ ਜਿਹੜੀ EMPLOYEE ਰਿਟੈਂਸ਼ਨ ਆ ਇਸ ਵੇਲੇ ਕੈਨੇਡਾ ਦੇ ਵਿੱਚ ਦਿੱਕਤ ਇਹ ਵੀ ਆ ਕਿ ਵਰਕਰ ਆ ਤਾਂ ਜਾਂਦੇ ਆ, ਟਿਕਦੇ ਨਹੀਂ, ਕੰਮ ਛੱਡ ਕੇ ਚਲੇ ਜਾਂਦੇ। ਦੂਜਾ ਪ੍ਰੋਡਕਟੀਵਿਟੀ ਨਹੀਂ ਆ, ਜਿੰਨਾ ਕੰਮ ਕੰਪਨੀ ਚਾਹੁੰਦੀ ਆ ਓਨਾ ਕੰਮ ਇਹ ਵਰਕਰ ਕਰ ਨਹੀਂ ਰਹੇ। ਇਸ ਕਰਕੇ 4 ਦਿਨ ਦੀ ਸਕੀਮ ਲਾਈ ਜਾ ਰਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਰੋਬਰਟ ਹਾਫ ਇਹ ਕੰਪਨੀ ਹੈ ਜਿਹੜੀ ਇਹਨੇ ਸਰਚ ਕਰਕੇ ਸਰਵੇ ਕਰਕੇ ਦੱਸਿਆ ਵੀ ਸਾਰੇ ਹੁਣ ਇਸ ਗੱਲ ਹੀ ਮੰਨਦੇ ਆ ਕਿ ਤੁਸੀਂ 4 ਦਿਨ ਦਾ ਵਰਕ ਵੀਕ ਕਰ ਲਿਓ ਅਤੇ 40 ਘੰਟੇ ਪੂਰੇ ਕਰ ਲਓ। ਅਤੇ ਜਿਹੜੀ ਦੂਜੀ ਗੱਲਬਾਤ ਚੱਲ ਰਹੀ ਆ ਵੀ ਉਹ ਇਹ ਚੱਲ ਰਹੀ ਆ ਵੀ ਤੁਸੀਂ ਇਹਨੂੰ ਲਵਾਓ, ਸਿਰਫ ਜਿਹੜੇ ਘੰਟੇ ਹੀ ਘਟਾ ਦਿਓ, ਵੀ 4 ਦਿਨ ਅਤੇ 32 ਘੰਟੇ ਲਵਾਓ, ਤੁਸੀਂ 40 ਨਾ ਲਵਾਓ, ਤਨਖਾਹ ਪੂਰੀ ਦਿਓ ਅਤੇ ਕੰਮ ਤੁਹਾਨੂੰ ਵਰਕਰ ਕਹਿੰਦੇ ਅਸੀਂ ਪੂਰਾ ਕਰਕੇ ਦੇਵਾਂਗੇ। ਇਹ ਉੱਧਰੋਂ ਜਿੱਦਾਂ ਪਹਿਲਾਂ ਦੱਸਿਆ ਕਿ ਉੱਧਰੋਂ ਇੰਗਲੈਂਡ ਵਾਲੇ ਪਾਸਿਓਂ ਸ਼ੁਰੂ ਹੋਇਆ ਸੀ ਇਹ ਐਕਸਪੈਰੀਮੈਂਟ, ਅਤੇ ਚੱਲਦਾ ਇਸ ਵਾਰੀ ਇੱਧਰ ਆ ਚੁੱਕਿਆ, ਇੱਥੇ ਵੀ ਇਹ ਚੱਲ ਰਿਹਾ ਆ। ਇੱਕ ਨੋਨ ਪ੍ਰੋਫਿਟ ਗਰੁੱਪ ਆ, ਉਹਦਾ ਨਾਂ ਹੀ 4 ਡੇ ਵੀਕ ਗਲੋਬਲ ਆ, ਅਤੇ ਉਹ ਇਸ ਦੇ ਉੱਤੇ ਕਹਿ ਰਹੇ ਆ। ਅਤੇ ਉਹਨਾਂ ਨੇ ਕਿਹਾ ਵੀ ਉਹਨੂੰ ਇਹ ਕਹਿੰਦੇ ਆ 100-80-100 ਮਾਡਲ, 100-80-100 ਮਾਡਲ। ਮਤਲਬ ਕੀ ਆ ਕਿ 100% ਤਨਖਾਹ, 80% ਸਮਾਂ ਅਤੇ 100% ਪ੍ਰੋਡਕਟੀਵਿਟੀ। ਕੰਮ ਪੂਰਾ, ਤਨਖਾਹ ਪੂਰੀ, ਘੰਟੇ ਘੱਟ। ਇਹ ਪਾਲਿਸੀ ਦੇ ਉੱਤੇ ਵੀ ਕੰਮ ਕਰ ਰਿਹਾ। ਪਾਇਲਟ ਪ੍ਰੋਜੈਕਟ ਯੂਨਾਈਟਿਡ ਕਿੰਗਡਮ ਦੇ ਵਿੱਚ ਇਹ 70 ਆਰਗੇਨਾਈਜੇਸ਼ਨ ਉੱਥੇ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਸ਼ੁਰੂ ਕੀਤਾ ਆ, ਅਤੇ ਲਗਭਗ ਅੱਧ ਦੇ ਨੇੜੇ ਪਹੁੰਚ ਚੁੱਕਿਆ ਇਹ ਐਕਸਪੈਰੀਮੈਂਟ, ਜਿਹਦੇ 'ਚ 88% ਜਿਹੜੀ ਪਾਰਟੀਸਪੇਸ਼ਨ ਆਰਗੇਨਾਈਜੇਸ਼ਨ ਦੀ ਉਹ ਕਹਿੰਦੀ ਇੱਕ 4 ਦਿਨ ਵਾਲਾ ਜਿਹੜਾ ਹਫ਼ਤਾ ਆ ਇਹ ਬਿਲਕੁਲ ਕਾਮਯਾਬ ਆ। ਇੰਟਰਨੈਸ਼ਨਲ ਲੈਵਲ ਆਰਗੇਨਾਈਜੇਸ਼ਨ ਵੀ ਇਹਦੇ ਹੱਕ ਦੇ ਵਿੱਚ ਦੱਸੀ ਜਾ ਰਹੀ ਆ, ਅਤੇ ਹੁਣ ਇਹੀ ਗੱਲਬਾਤ ਇੱਥੇ ਆਪਣੇ ਕੈਨੇਡਾ ਦੇ ਵਿੱਚ ਵੀ ਹੌਲੀ ਹੌਲੀ ਜਿਹੜੀ ਉਹ ਸ਼ੁਰੂ ਹੋ ਰਹੀ ਹੈ। ਕੈਨੇਡਾ ਦੇ ਵਿੱਚ ਇਸ ਸਾਲ ਕਿਹੜੀਆਂ ਨੌਕਰੀਆਂ ਜ਼ਿਆਦਾ ਹੋਣਗੀਆਂ? ਲਿੰਕਲੈਕਿੰਗ ਨੇ ਇੱਕ ਜਿਹੜੀ ਟੌਪ 20 ਕੈਨੇਡੀਅਨ ਜੌਬ ਟਾਈਟਲਸ ਜਾਰੀ ਕੀਤੇ ਆ ਕਿ ਇਸ ਖੇਤਰ ਦੇ ਵਿੱਚ ਜ਼ਿਆਦਾ ਜਿਹੜੀ ਕੰਮਕਾਰ ਆ ਉਹ ਹੋ ਸਕਦਾ ਹੈ। ਜੇ ਤੁਸੀਂ ਇਸ ਖੇਤਰ ਦੇ ਵਿੱਚ ਕੰਮ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਤੁਹਾਡੇ ਕੋਲੇ ਚਾਂਸ ਨੇ ਕਿ ਤੁਸੀਂ ਇੱਥੇ ਚੰਗੀ ਨੌਕਰੀ ਲੈ ਸਕਦੇ ਆ। ਗਰੋਥ ਮਾਰਕੀਟਿੰਗ ਮੈਨੇਜਰ ਕਹਿੰਦੇ ਸਭ ਤੋਂ ਜ਼ਿਆਦਾ ਚਾਹੀਦੇ ਨੇ, ਪ੍ਰੋਡਕਟ ਆਪਰੇਸ਼ਨ ਮੈਨੇਜਰ ਚਾਹੀਦੇ ਨੇ, ਡਿਸਪੈਂਸਰੀ ਟੈਕਨੀਸ਼ੀਅਨ ਚਾਹੀਦੇ ਨੇ, ਟੈਕਨੀਕਲ ਪ੍ਰੋਗਰਾਮ ਮੈਨੇਜਰ ਚਾਹੀਦੇ ਨੇ, ਸਸਟੇਨੇਬਿਲਟੀ ਮੈਨੇਜਰ ਚਾਹੀਦੇ ਨੇ, ਹੈਡ ਆਫ ਗਰੋਥ ਚਾਹੀਦਾ ਆ, ਯੂਜ਼ਰ ਐਕਸਪੀਰੀਅੰਸ ਰਾਈਟਰ ਦੀ ਜੌਬ, ਇਨਫੋਰਮੇਸ਼ਨ ਟੈਕਨੋਲੋਜੀ ਐਸੋਸੀਏਟ, ਸਾਈਟ ਰਿਲਾਇਬਿਲਿਟੀ ਇੰਜੀਨੀਅਰ, ਕਸਟਮਰ ਸਕਸੈਸ ਐਸੋਸੀਏਟ, ਇਸੇ ਤਰ੍ਹਾਂ ਵੈਲੂਏਸ਼ਨ ਐਨਾਲਿਸਟ, ਸੇਲ ਡਿਵੈਲਪਮੈਂਟ ਰਿਪਰੈਜ਼ੈਂਟੇਟਿਵ, ਸਿਕਿਉਰਿਟੀ ਇੰਜੀਨੀਅਰ, ਡਾਟਾ ਇੰਜੀਨੀਅਰ,
ਜਿਹੜੇ ਆ ਈ-ਕਾਮਰਸ ਕੋਰੀਡੋਰ, ਟੈਕਨੀਕਲ ਪ੍ਰੋਡਕਟ ਮੈਨੇਜਰ ਤੇ ਸਾਈਬਰ ਸਿਕਿਉਰਿਟੀ ਸਪੈਸ਼ਲਿਸਟ, ਕਰੂ ਸਕੈਜੂਲਰ, ਇਸੇ ਤਰ੍ਹਾਂ ਮੈਡੀਕਲ ਰਾਈਟਰ, ਮੀਡੀਆ ਪਲੈਨਰ, ਇਹ ਜਿਹੜੇ ਟੌਪ 20 ਫਾਸਟੈਸਟ ਗਰੋਇੰਗ ਜਿਹੜੀਆਂ ਹੈਗੀਆਂ ਨੇ, ਇਹਨਾਂ ਨੂੰ ਜਾਰੀ ਕੀਤਾ ਗਿਆ ਆ ਕਿ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਹਨਾਂ ਫੀਲਡ ਦੇ ਵਿੱਚ ਕੰਮ ਕਰੋਗੇ ਤਾਂ ਤੁਹਾਡੇ ਜ਼ਿਆਦਾ ਚਾਂਸ ਨੇ ਕਿ ਤੁਸੀਂ ਕੈਨੇਡਾ ਦੇ ਵਿੱਚ ਚੰਗੀ ਨੌਕਰੀ ਇੱਥੇ ਲੈ ਸਕਦੇ ਹੋ। ਇੱਕ ਕੋਵਿਡ ਦੇ ਸੰਬੰਧੀ ਹੋਰ ਜਿਹੜੀ ਸਟੱਡੀ ਸਾਹਮਣੇ ਆਈ ਆ, ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਇਹਨਾਂ ਨੇ ਪਾਰਟਨਰਸ਼ਿਪ ਕੀਤੀ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨਾਲ, ਤੇ ਰਲ ਕੇ ਇਹਨਾਂ ਨੇ ਇੱਕ ਸਟੱਡੀ ਸਾਹਮਣੇ ਲਿਆਂਦੀ ਆ। ਉਹਦੇ ਵਿੱਚ ਕੀਤਾ ਕੀ ਹੈ ਇਹਨਾਂ ਨੇ, ਕਿਉਂਕਿ 2 ਮਾਡਲ ਚੱਲ ਰਹੇ ਸੀ। ਕੁਛ ਲੋਕ ਕਹਿੰਦੇ ਸੀ ਵੀ ਜਿਨ੍ਹਾਂ ਨੂੰ ਕਰੋਨਾ ਹੋ ਗਿਆ ਇੱਕ ਵਾਰੀ ਮੁੜ ਕੇ ਉਹ ਠੀਕ ਠਾਕ ਹੋ ਜਾਂਦੇ ਆ, ਉਹਨਾਂ ਦੇ ਵਿੱਚ ਬੈਟਰ ਇਮਿਊਨਿਟੀ ਬਣਦੀ ਆ, ਜਾਂ ਜਿਹਨੇ 3-4 ਡੋਜ਼ ਲਵਾ ਲਈਆਂ ਉਹਦੇ ਵਿੱਚ ਜ਼ਿਆਦਾ ਬੈਟਰ ਇਮਿਊਨਿਟੀ ਬਣੂਗੀ, ਚੰਗੀ ਇਮਿਊਨਿਟੀ ਬਣੂਗੀ। ਇਹਨਾਂ ਨੇ ਇਹ ਖੋਜ ਕਰਕੇ ਦੱਸਿਆ ਵੀ ਜਿਹੜਾ ਹਾਈਬ੍ਰਿਡ ਮਾਡਲ ਆ ਇਹਨਾਂ ਦੋਵਾਂ ਦਾ ਉਹ ਬੈਸਟ ਆ, ਕਿ ਇਨਫੈਕਸ਼ਨ ਵੀ ਹੋਈ ਆ ਤੇ ਜਾਂ ਉਹਨੇ ਵੈਕਸੀਨੇਸ਼ਨ ਕੋਵਿਡ-19 ਦੀ ਪੂਰੀ ਲਵਾ ਲਈ ਆ, ਇਹਦੇ ਨਾਲ ਉਹਨੂੰ ਚਾਂਸ ਘੱਟ ਆ ਕਿ ਫਿਊਚਰ ਦੇ ਵਿੱਚ ਇਨਫੈਕਸ਼ਨ ਜਿਹੜੀ ਉਹ ਘੱਟ ਹੋਊਗੀ। ਡਾਕੂਮੈਂਟ ਜਿਹੜਾ ਪਬਲਿਸ਼ ਕੀਤਾ ਆ ਇਹਨਾਂ ਨੇ ਲੈਂਸਟ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ, ਉਹਦੇ ਵਿੱਚ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਨੇ ਡਿਸੀਜਨ ਇਹ ਬਣਾਇਆ ਆ ਕਿ ਜਿਹੜਾ ਆਪਟੀਮਲ ਕੋਰਸਿਸ ਨੇ ਵੈਕਸੀਨੇਸ਼ਨ ਦੇ, ਉਹਦੇ ਹਿਸਾਬ ਨਾਲ ਕਿ ਇੱਕ ਕਾਮਨ ਕੁਐਸਚਨ ਪੈਂਡੈਮਿਕ ਦੇ ਵਿੱਚ ਪੁੱਛਿਆ ਗਿਆ ਕਿ ਜੇ ਕਿਸੇ ਬੰਦੇ ਨੂੰ ਪਹਿਲਾਂ ਇਨਫੈਕਸ਼ਨ ਹੋਈ ਹੋਵੇ ਉਹਨੂੰ ਵੈਕਸੀਨ ਲਵਾਉਣੀ ਚਾਹੀਦੀ ਆ ਕਿ ਨਹੀਂ। ਉਹ ਕਹਿੰਦੇ ਸਾਡੇ ਰਿਜ਼ਲਟ ਇਹ ਦੱਸ ਰਿਹਾ ਕਿ ਉਹਨੂੰ ਲਵਾਉਣੀ ਚਾਹੀਦੀ ਆ। ਜਿਹੜੇ ਲੋਕ ਜਿਹਨਾਂ ਨੂੰ ਕੋਵਿਡ-19 ਹੋਇਆ ਆ ਤੇ ਉਹਦੇ ਨਾਲ ਹੋਊਗਾ ਕੀ ਕਹਿੰਦੇ ਬੈਟਰ ਜਿਹੜੀ ਤੁਹਾਡੀ ਇਮਿਊਨਿਟੀ ਆ ਉਹ ਬਣ ਸਕਦੀ ਹੈ। ਰਿਸਰਚਰ ਇਹ ਵੀ ਕਹਿ ਰਹੇ ਆ ਜਿਹਨੂੰ ਕੋਵਿਡ-19 ਹੋਇਆ ਸੀ ਤੇ ਪ੍ਰੋਪਰਲੀ ਵੈਕਸੀਨੇਟਡ ਹੈਗਾ, ਉਹਦੇ 95% ਪ੍ਰੋਟੈਕਸ਼ਨ ਉਹਦੀ ਇਹਦੇ ਖਿਲਾਫ, ਵਾਇਰਸ ਦੇ ਖਿਲਾਫ ਹੋ ਜਾਂਦੀ ਆ। ਜਿਹੜੇ ਓਮੀਕਰਨ ਜਾਂ ਇਹਦੇ ਜਿਹੜੇ ਨਵੇਂ ਅਨਪ੍ਰੈਡਿਕਟੇਬਲ ਰੂਪ ਨੇ, ਕਈ ਰੂਪ ਇਹਦੇ ਸਾਹਮਣੇ ਆ ਰਹੇ ਆ ਕਿ ਉਹਦੇ ਨਾਲ ਤੁਸੀਂ ਜਿਹੜੇ ਜ਼ਿਆਦਾ ਚੰਗੀ ਤਰ੍ਹਾਂ ਬਚਾਅ ਕਰ ਸਕਦੇ ਆ। ਜੇਕਰ ਤੁਹਾਨੂੰ ਪਹਿਲਾਂ ਵਾਇਰਸ ਹੋਇਆ ਸੀ, ਇਨਫੈਕਸ਼ਨ ਹੋਈ ਸੀ ਤੇ ਉਹਦੇ ਤੋਂ ਬਾਅਦ ਤੁਹਾਡੇ ਫੁੱਲ ਵੈਕਸੀਨੇਸ਼ਨ ਲੱਗ ਚੁੱਕੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੁਸੀਂ ਬਹੁਤ ਸਾਰੇ ਰੈਸਟੋਰੈਂਟ ਦੇ ਵਿੱਚ ਨੋਟ ਕੀਤਾ ਹੋਊਗਾ ਕਿ ਉੱਥੇ ਕੋਈ ਵਿਅਕਤੀ ਤੁਹਾਨੂੰ ਖਾਣਾ ਫੜਾਉਣ ਨਹੀਂ ਆ ਰਿਹਾ, ਸਗੋਂ ਰੋਬੋਟ ਆ ਰਹੇ ਆ। ਇੱਕ ਰੋਬੋਟ ਜਿਹਾ ਸਮਾਨ ਉਹਦੇ ਉੱਤੇ ਰੱਖਿਆ ਹੁੰਦਾ, ਤੁਸੀਂ ਜੋ ਕੁਝ ਵੀ ਖਾਣਾ ਉਹ ਤੁਹਾਡੇ ਟੇਬਲ ਦੇ ਉੱਤੇ ਆ ਕੇ ਰੁਕ ਜਾਂਦਾ, ਤੁਸੀਂ ਉਹਦੇ ਤੋਂ ਚੱਕਦੇ ਆ ਤੇ ਰੋਬੋਟ ਵਾਪਸ ਚਲਿਆ ਜਾਂਦਾ। ਹੁਣ ਮਾਮਲੇ ਆ ਵੀ ਟਿਪ ਕਿਹਨੂੰ ਦਿੱਤੀ ਜਾਵੇ। ਜਦੋਂ ਬੰਦਾ ਆਉਂਦਾ ਸੀ ਤੁਹਾਡੇ ਕੋਲੇ ਬਿੱਲ ਲੈ ਕੇ, ਤੁਸੀਂ ਉਹਨੂੰ ਜਿਹੜਾ ਪੇ ਕਰਦੇ ਸੀ, ਤੇ ਰੋਬੋਟ ਜਦੋਂ ਆ ਰਿਹਾ ਤਾਂ ਕੀ ਉਹਨੂੰ ਟਿਪ ਦਿੱਤੀ ਜਾਵੇ। ਹੁਣ ਪਤਾ ਇਹ ਲੱਗ ਰਿਹਾ ਵੀ ਇਹ ਵੇਲਾ ਹੁਣ ਖਤਮ ਹੋ ਗਿਆ ਟਿਪ ਦੇਣ ਵਾਲਾ। ਨਾਰਥ ਅਮਰੀਕਾ ਦੇ ਵਿੱਚ ਸਾਰੇ ਦੇ ਵਿੱਚ ਟਿਪ ਦੇਣ ਦਾ ਬਹੁਤ ਜ਼ਿਆਦਾ ਰਿਵਾਜ ਆ ਔਰ ਇਹ ਇੱਕ ਬੜਾ ਇੱਥੇ ਦਾ ਫੀਚਰ ਆ। ਤੇ ਹੁਣ ਉਹ ਕਹਿੰਦੇ ਵੀ ਜਿਹੜੀ ਹਿਊਮਨ ਸਰਵਿਸ ਆ ਉਹ ਮਿਨੀਮਲ ਹੋ ਗਈ ਇਹਨਾਂ ਥਾਵਾਂ ਦੇ ਉੱਤੇ। ਤੇ ਜਦੋਂ ਬੰਦਾ ਹੀ ਨਹੀਂ ਤੁਹਾਡੇ ਕੋਲ ਆ ਰਿਹਾ, ਆਈ ਰੋਬੋਟ ਰਹੇ ਆ ਰੈਸਟੋਰੈਂਟਸ ਦੇ ਵਿੱਚ, ਤਾਂ ਫਿਰ ਟਿਪ ਦੇਣ ਦਾ ਕੋਈ ਤੁੱਕ ਨਹੀਂ ਆ। ਤੇ ਤੁਸੀਂ ਰੋਬੋਟ ਨੂੰ ਮਤਲਬ ਟਿਪ ਕਿੱਦਾਂ ਦੇ ਸਕਦੇ। ਟਿਪ ਦਾ ਮਕਸਦ ਇਹੀ ਆ ਕਿ ਤੁਸੀਂ ਉਹਨੂੰ ਐਪਰੀਸ਼ੀਏਟ ਕਰ ਰਹੇ ਹੋ, ਕਿਸੇ ਬੰਦੇ ਦੀ ਸਰਵਿਸ ਨੂੰ, ਉਹਦੇ ਜੋ ਉਹਨੇ ਤੁਹਾਡੇ ਲਈ ਪ੍ਰੋਵਾਈਡ ਕੀਤਾ। ਤੇ ਰੋਬੋਟ ਨੂੰ ਐਪਰੀਸ਼ੀਏਟ ਕਰਨ ਦੀ ਕੋਈ ਤੁੱਕ ਨਹੀਂ ਆ। ਬਹੁਤੀ ਵਾਰੀ ਜਿਹੜੀ 18, 20, 25% ਇਹ ਉਹਦੇ ਉੱਤੇ ਲਿਖਿਆ ਹੁੰਦਾ ਆ ਟਿਪ ਤੇ ਜਿਹੜੀ ਐਡ ਕੀਤੀ ਜਾਂਦੀ ਆ। ਹੁਣ ਇਸ ਮਾਮਲੇ ਦੇ ਵਿੱਚ ਵੀ ਚਰਚਾ ਚੱਲ ਰਹੀ ਆ ਕਿ ਜਿਹੜੇ ਇਹ ਪੈਟਰਨ ਬਦਲ ਰਹੇ ਨੇ ਕੰਮਕਾਰ ਦੇ, ਕਿ ਵਿਅਕਤੀ ਦੀ ਥਾਂ ਕਿਸੇ ਹਿਊਮਨ ਬੀਇੰਗ ਦੀ ਥਾਂ ਦੇ ਉੱਤੇ ਰੋਬੋਟ ਤੁਹਾਨੂੰ ਖਾਣਾ ਫੜਾਉਣ ਦੇ ਲਈ ਆ ਰਿਹਾ, ਤਾਂ ਉਹਦੇ ਵਿੱਚ ਫਿਰ ਜਿਹੜੇ ਸਾਡੇ ਰਵਾਇਤੀ ਤਰੀਕੇ ਨੇ, ਟ੍ਰੈਡੀਸ਼ਨਲ ਸਾਡੇ ਤਰੀਕੇ ਨੇ ਟਿਪ ਦੇਣ ਦੇ, ਉਹਦਾ ਕੀ ਕੀਤਾ ਜਾਵੇ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਸ਼ੀਨਾਂ ਨੇ ਮਨੁੱਖ ਦੀ ਥਾਂ ਲੈ ਲਈ ਆ। ਈਵਨ ਕੁਛ ਜਿਹੜੀਆਂ ਚੇਨਸ ਨੇ ਉਹਨਾਂ ਦੇ ਵਿੱਚ ਜਾ ਕੇ ਜਿੱਥੇ ਤੁਸੀਂ ਬਿੱਲ ਪੇ ਕਰਨਾ ਆ, ਉੱਥੇ ਟੈਲਰ ਦੇ ਉੱਤੇ ਬੰਦਾ ਨਹੀਂ ਖੜਾ, ਪਿੱਛੇ ਟੀਵੀ ਲੱਗਿਆ ਆ। ਉਹ ਟੀਵੀ ਦੇ ਉੱਤੇ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਆ, ਉਹ ਬੰਦਾ ਕਿਸੇ ਤੀਜੀ ਦੁਨੀਆ ਮਤਲਬ ਹੋਰ ਕਿਸੇ ਥਾਂ ਦੇ ਉੱਤੇ ਬੈਠਾ, ਜਾ ਕੇ ਮੰਨ ਲਓ ਇੰਡੀਆ ਬੈਠਾ, ਉਹ ਉੱਥੋਂ ਤੁਹਾਡੇ ਉੱਥੇ ਵੀਡੀਓ ਕੈਮਰਾ ਲੱਗਾ, ਤੁਹਾਡੀ ਸ਼ਕਲ ਉਹਨੂੰ ਦਿਸ ਰਹੀ ਹੈ, ਉਹਨੂੰ ਤੁਹਾਡੀ ਦਿਸ ਰਹੀ ਹੈ। ਤੁਸੀਂ ਉੱਥੇ ਜਾ ਕੇ ਦੱਸਦੇ ਰੈਸਟੋਰੈਂਟ ਦੇ ਵਿੱਚ ਵੀ ਹਾਂਜੀ ਤੁਸੀਂ 10 ਨੰਬਰ ਟੇਬਲ ਦੇ ਉੱਤੇ ਸੀਗੇ ਤੇ ਤੁਸੀਂ ਕੀ ਖਾਧਾ, ਉਹ ਬੰਦਾ ਦੱਸ ਰਿਹਾ ਜੀ ਇੰਨੇ ਡਾਲਰ ਹੋ ਗਏ ਤੁਹਾਡੇ, ਤੁਸੀਂ ਟੈਪ ਕਰਦੇ ਹੋ ਬਿੱਲ ਕੱਟ ਕੇ ਤੇ ਤੁਹਾਡਾ ਬਾਹਰ ਆ ਜਾਂਦਾ। ਮਤਲਬ ਉਹ ਵਿਅਕਤੀ ਦੀ ਤੁਹਾਨੂੰ ਤਸਵੀਰ ਦਿਖ ਰਹੀ ਆ ਟੀਵੀ ਦੇ ਉੱਤੇ, ਪੂਰਾ ਮਤਲਬ ਵੱਡਾ ਟੀਵੀ ਆ ਉਹ। ਜਿੱਦਾਂ ਮੰਨ ਲਓ ਉੱਥੇ ਉਹਦੇ ਕਾਊਂਟਰ ਦੇ ਪਿੱਛੇ ਇੱਕ ਬੰਦਾ ਵਿਅਕਤੀ ਖੜਾ, ਕੋਈ ਪੈਸੇ ਲੈ ਕੇ ਤੇ ਤੁਹਾਨੂੰ ਬਿੱਲ ਫੜਾਉਣ ਵਾਲਾ, ਉੱਥੇ ਉਹ ਟੀਵੀ ਪਿਆ ਆ। ਤੇ ਇਹ ਵੀ ਰੌਲਾ ਗੱਪਾ ਪਿਆ ਸੀ ਵੀ ਫਿਰ ਹੁਣ ਇਹ ਜੋਬ ਤੇ ਇੱਥੇ $15 ਤੇ ਮਿਨੀਮਮ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਬੰਦਾ ਬੈਠਾ ਮੰਨ ਲਓ ਸਾਊਥ ਅਫਰੀਕਾ ਦੇ ਵਿੱਚ ਤੇ ਉਹ ਕੰਮ ਕਰ ਰਿਹਾ ਸਿਰਫ $1 ਘੰਟੇ ਦੇ ਉੱਤੇ, ਵੀ ਇਹ ਇੱਥੇ ਫਿਰ ਜੋਬ ਨਹੀਂ ਚੱਲੇਗੀ ਸਾਡੀ। ਇਹ ਵੀ ਇੱਕ ਸਵਾਲ ਪੈਦਾ ਹੋਇਆ ਸੀ। ਵੱਖਰੇ ਵੱਖਰੇ ਰੂਪ ਇਸ ਵੇਲੇ
ਕੰਮਾਂ ਦੇ ਬਦਲ ਰਹੇ ਨੇ ਟੈਕਨੋਲੋਜੀ ਦੇ ਨਾਲ, ਤੇ ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀਆਂ ਰਵਾਇਤਾਂ ਨੇ ਉਹ ਵੀ ਟੁੱਟ ਰਹੀਆਂ ਨੇ ਜਾਂ ਨਵੀਆਂ ਬਣ ਰਹੀਆਂ ਨੇ। ਇਹਦੇ ਨਾਲ ਹੀ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਊਗੀ ਕੈਨੇਡਾ ਦੇ ਨਵੇਂ 8-10 ਮੁੱਦੇ ਲੈ ਕੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।